ਨਵੇਂ ਸਾਲ ਨੂੰ ਖੁਸ਼ਾਮਦੀਦ ਕਹਿਣ ਦਾ ਵਕਤ ਆ ਚੁੱਕਾ ਹੈ ਤੇ ਸਾਲ 2013 ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਨੂੰ ਛੱਡਦਾ ਹੋਇਆ ਆਪਣੇ ਅੰਤਮ ਪੜਾਅ ਵੱਲ ਲਗਾਤਾਰ ਵਧ ਰਿਹਾ ਹੈ। ਸਾਲ 2013 ਦੇ ਵਿੱਚ ਕਈ ਅਜਿਹੇ ਇਤਿਹਾਸਿਕ ਫੈਸਲੇ ਲਏ ਗਏ ਜੋ ਲੰਬਾ ਸਮਾਂ ਤੱਕ ਯਾਦ ਕੀਤੇ ਜਾਂਦੇ ਰਹਿਣਗੇ, ਨਾਲ ਹੀ ਕਈਆਂ ਨੂੰ ਨਸੀਹਤ ਵੀ ਦੇ ਗਏ। ਸੋ ਸਾਲ 2013 ਦੇ ਵਿੱਚ ਲਏ ਗਏ ਇਤਿਹਾਸਿਕ ਫੈਸਲਿਆਂ ਦਾ ਲੇਖਾ ਜੋਖਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸ਼ੁਰੂਆਤ ਕਰਦੇ ਹਾਂ ਖਾਸ ਪ੍ਰੋਗਰਾਮ ਦੀ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਗੱਲ ਕਰਦੇ ਹਾਂ ਇੱਕ ਜਿਹੇ ਮਾਮਲੇ ਦੀ ਜਿਸ ਦੀ ਨੀਂਹ ਤਾਂ 2012 ਦੇ ਵਿੱਚ ਰੱਖੀ ਗਈ, ਪਰ ਉਸ ਦਾ ਅੰਤਮ ਫੈਸਲਾ 2013 ਦੇ ਵਿੱਚ ਹੋਇਆ। ਜੀ ਹਾਂ, ਗੱਲ ਕਰ ਰਹੇ ਹਾਂ ਇੱਕ ਅਜਿਹੀ ਮਾਸੂਮ ਦੀ ਜੋ ਦਿੱਲੀ ਦੇ ਵਿੱਚ ਕਈ ਦਰਿੰਦਿਆਂ ਦੀ ਦਰਿੰਦਗੀ ਦਾ ਸ਼ਿਕਾਰ ਹੋਈ। 16 ਦਸੰਬਰ 2012 ਨੂੰ ਚਲਦੀ ਬੱਸ ਦੇ ਵਿੱਚ ਉਸ ਨਾਲ ਗੈਂਗਰੇਪ ਕੀਤਾ ਗਿਆ। ਫਿਰ ਉਸ ਤੋਂ ਬਾਅਦ ਉਸ ਦੀ ਮੌਤ ਨੇ ਪੂਰੇ ਦੇਸ਼ ਨੂੰ ਝਿਜੋੜ ਕੇ ਰੱਖ ਦਿੱਤਾ। ਸਾਰਾ ਦੇਸ਼ ਇਕਜੁੱਟ ਹੋ ਗਿਆ, ਇੱਕ ਆਵਾਜ਼ ਦੇ ਵਿੱਚ ਸੜਕਾਂ ਤੇ ਨਿਤਰ ਆਏ ਤੇ ਆਖਰਕਾਰ ਉਸ ਮਾਸੂਮ ਨੂੰ ਇਨਸਾਫ ਵੀ ਮਿਲਿਆ। 16 दिसंबर 2012 रात करीब 9 बजे 23 साल ਦੀ ਪੈਰਾਮੈਡੀਕਲ ਦੀ ਛਾਤਰਾ ਦਾਮਿਨੀ ਆਪਣੇ ਦੋਸਤ ਦੇ ਨਾਲ ਦਿੱਲੀ ਦੇ ਸਾਕੇਤ ਮਾਲ ਤੋਂ ਮੂਵੀ ਵੇਖ ਕੇ ਘਰ ਵਾਪਸ ਆ ਰਹੀ ਸੀ। ਘਰ ਜਾਣ ਦੇ ਲਈ ਉਹਨਾਂ ਚਾਰਟਰਡ ਬੱਸ ਪਕੜੀ। ਬੱਸ ਵਿੱਚ ਪਹਿਲਾਂ ਤੋਂ ਹੀ 6 ਬੰਦੇ ਮੌਜੂਦ ਸਨ। ਸਾਰਿਆਂ ਨੇ ਸ਼ਰਾਬ ਪੀ ਰੱਖੀ ਸੀ। ਦਾਮਿਨੀ ਤੇ ਉਸਦੇ ਪੁਰਸ਼ ਮਿੱਤਰ ਦੇ ਨਾਲ ਉਹਨਾਂ ਨੇ ਪਹਿਲਾਂ ਤਾਂ ਮਾਰਪੀਟ ਕੀਤੀ ਤੇ ਫਿਰ ਦਾਮਿਨੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਦਰਿੰਦਗੀ ਦੀ ਸਾਰੀ ਹਦਾਂ ਪਾਰ ਕਰਦਿਆਂ ਹੋਇਆਂ ਦਾਮਿਨੀ ਦੇ ਸਰੀਰ ਵਿੱਚ ਲੋਹੇ ਦੀ ਛੜ ਪਾ ਦਿੱਤੀ। ਉਸ ਤੋਂ ਬਾਅਦ ਦਾਮਿਨੀ ਤੇ ਉਸਦੇ ਦੋਸਤ ਨੂੰ ਚਲਦੀ ਬੱਸ ਤੋਂ ਬਿਨਾਂ ਕੱਪੜਿਆਂ ਤੋਂ ਥੱਲੇ ਸੁੱਟ ਦਿੱਤਾ ਗਿਆ। ਦੋਨੋਂ ਬੇਹੋਸ਼ ਹਾਲਤ ਵਿੱਚ ਦਿੱਲੀ ਦੀ ਮੁੱਖ ਸੜਕਾਂ ਤੇ ਠਰਠਰਾਂਦੀ ਠੰਡ ਵਿੱਚ ਤਕਰੀਬਨ 1 ਘੰਟੇ ਤੱਕ ਪਏ ਰਹੇ। 1 ਘੰਟੇ ਬਾਅਦ ਪੁਲਿਸ ਆਈ ਤੇ ਦੋਹਾਂ ਨੂੰ ਲੰਬੀ ਜਦੋਜਹਿਦ ਤੋਂ ਬਾਅਦ ਹੀ ਹਸਪਤਾਲ ਪਹੁੰਚਾਇਆ ਜਾ ਸਕਿਆ। ਇਹ ਖਬਰ ਜਿਵੇਂ ਹੀ ਮੀਡੀਆ ਵਿੱਚ ਪਹੁੰਚੀ, ਪੂਰੇ ਦੇਸ਼ ਵਿੱਚ ਮਚਾਲ ਆ ਗਿਆ। ਦੇਸ਼ ਭਰ ਵਿੱਚ ਲੋਕ ਆਪਣੇ ਘਰਾਂ ਵਿੱਚ ਨਿਕਲ ਕੇ ਸੜਕਾਂ ਤੇ ਇਨਸਾਫ ਦੀ ਮੰਗ ਕਰਨ ਲੱਗੇ। ਸਾਲ 2013 ਦੀ ਸ਼ੁਰੂਆਤ ਵਿੱਚ ਹੀ ਲੋਕ ਸੜਕਾਂ ਤੇ ਦਾਮਿਨੀ ਨੂੰ ਇਨਸਾਫ ਦਿਵਾਉਣ ਲਈ ਉਤਰੇ। ਹਾਲਾਂਕਿ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਦਾਮਿਨੀ 13 ਦਿਨਾਂ ਤੱਕ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਿਆਂ 29 ਦਸੰਬਰ ਨੂੰ ਮੌਤ ਦੀ ਨੀਂਦ ਵਿੱਚ ਸੋ ਜਾਂਦੀ ਹੈ। ਪਰ ਸਾਲ 2013 ਵਿੱਚ ਦੇਸ਼ ਵਾਸੀਆਂ ਨੇ ਦਾਮਿਨੀ ਨੂੰ ਇਨਸਾਫ ਦਿਵਾਉਣ ਲਈ ਆਪਣੀ ਜੰਗ ਜਾਰੀ ਰੱਖੀ। ਇਸ ਗੈਂਗਰੇਪ ਮਾਮਲੇ ਦੇ ਬਾਅਦ ਇੱਕ ਨਿਆਇਕ ਕਮੇਟੀ ਬਣਾਈ ਗਈ। ਕਮੇਟੀ ਨੇ ਯੌਨ ਸ਼ੋਸ਼ਣ ਨਾਲ ਜੁੜੇ ਕਾਨੂੰਨ ਵਿੱਚ ਸੰਸ਼ੋਧਨ ਦੀ ਰਿਪੋਰਟ 30 ਦਿਨ ਦੇ ਅੰਦਰ ਜਮ੍ਹਾਂ ਕਰਾਈ। ਕਮੇਟੀ ਵਿੱਚ ਕਈ ਮਹਿਲਾ ਸੰਗਠਨਾਂ ਅਤੇ NGO ਨੇ ਆਪਣੇ ਸੁਝਾਅ ਪੇਸ਼ ਕੀਤੇ। ਇਸ ਤੋਂ ਬਾਅਦ ਕਮੇਟੀ ਜਦ ਆਪਣੀ ਰਿਪੋਰਟ ਸੌਂਪਦੀ ਹੈ ਤਾਂ ਉਸ ਦੇ ਆਧਾਰ ਤੇ ਐਂਟੀ ਰੇਪ ਲਾਅ ਬਣਾਇਆ ਗਿਆ ਤੇ ਇਸ ਐਂਟੀ ਰੇਪ ਲਾਅ ਦੇ ਵਿੱਚ ਸ਼ਾਰੀਰਿਕ ਦੁਸ਼ਕਰਮ ਦੀ ਪਰਿਭਾਸ਼ਾ ਵੀ ਬਦਲ ਦਿੱਤੀ ਗਈ। ਤੇਜ਼ਾਬ ਤੇ ਹਮਲਾ ਜਾਂ ਉਸ ਦੀ ਕੋਸ਼ਿਸ਼ ਕਰਨਾ, ਸ਼ਾਰੀਰਿਕ ਸ਼ੋਸ਼ਣ, ਮਹਿਲਾ ਨੂੰ ਨਿਵਸਤਰ ਕਰਨਾ, ਬਿਨਾਂ ਸਹਿਮਤੀ ਛੂਣਾ, ਘੂਰਨਾ, ਟਿੱਪਣੀ ਕਰਨ ਨੂੰ ਵੀ ਮਹਿਲਾ ਦੀ ਛੇੜਖਾਨੀ ਦੇ ਦਾਇਰੇ ਵਿੱਚ ਰੱਖਿਆ ਗਿਆ। ਤੇ ਇਸ ਦੇ ਲਈ ਘੱਟੋ-ਘੱਟ 3 ਸਾਲ ਤੇ ਵੱਧ ਤੋਂ ਵੱਧ ਫਾਂਸੀ ਤੱਕ ਦੀ ਸਜ਼ਾ ਦਾ ਪ੍ਰਾਵਧਾਨ ਬਣਾਇਆ ਗਿਆ ਤੇ ਇਸ ਪ੍ਰਾਵਧਾਨ ਨੂੰ ਨਵੇਂ ਕਾਨੂੰਨ ਦੇ ਵਿੱਚ ਰੱਖਿਆ ਗਿਆ। ਇਸ ਗੈਂਗਰੇਪ ਹਾਦਸੇ ਤੋਂ ਬਾਅਦ ਸਾਲ 2013 ਦੌਰਾਨ 164 ਫਾਸਟ ਟ੍ਰੈਕ ਕੋਰਟ ਬਣਾਏ ਗਏ। ਘਟਨਾ ਤੋਂ ਬਾਅਦ ਦੇਸ਼ ਦੇ ਕਈ ਸੂਬਿਆਂ ਵਿੱਚ ਮਹਿਲਾ ਹੈਲਪਲਾਈਨ ਵੀ ਸ਼ੁਰੂ ਕੀਤੀ ਗਈ। ਸਾਲ 2013 ਦਾਮਿਨੀ ਮਾਮਲੇ ਨੂੰ ਆਖਿਰਕਾਰ ਇਨਸਾਫ ਦਿਵਾ ਹੀ ਗਿਆ, ਪਰ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਰਾਮ ਸਿੰਘ ਡਰਾਈਵਰ ਉਸਨੇ ਤਿਹਾੜ ਜੇਲ੍ਹ ਦੇ ਵਿੱਚ ਖੁਦਕੁਸ਼ੀ ਕਰ ਲਈ ਤੇ ਬਾਕੀ ਦੇ 4 ਨੂੰ ਸਾਕੇਤ ਦੀ ਫਾਸਟ ਟ੍ਰੈਕ ਕੋਰਟ ਨੇ 10 ਸਤੰਬਰ 2013 ਨੂੰ ਫਾਂਸੀ ਦੀ ਸਜ਼ਾ ਸੁਣਾਈ, ਜਦਕਿ ਇੱਕ ਦੋਸ਼ੀ ਜੋ ਨਾਬਾਲਿਗ ਸੀ ਉਸ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ। ਇਹ ਉਹ ਨਾਬਾਲਿਗ ਦੋਸ਼ੀ ਸੀ ਜਿਸ ਨੂੰ ਕਿ ਚੰਦ ਮਹੀਨਿਆਂ ਦੇ ਹੇਰ-ਫੇਰ ਕਰਕੇ ਨਾਬਾਲਿਗ ਕਰਾਰ ਦਿੱਤਾ ਗਿਆ ਤੇ ਸਜ਼ਾ ਮਿਲੀ ਸਿਰਫ 3 ਸਾਲ। ਨਾਬਾਲਿਗ ਦੋਸ਼ੀ ਦੀ ਸਜ਼ਾ ਨੂੰ ਲੈ ਕੇ ਸਮਾਜਿਕ ਸੰਗਠਨਾਂ ਨੇ ਮੰਗ ਕੀਤੀ ਕਿ ਉਸ ਦੀ ਸਜ਼ਾ ਉਮਰ ਨੂੰ ਵੇਖ ਕੇ ਨਹੀਂ ਸਗੋਂ ਉਸ ਵੱਲੋਂ ਕੀਤੇ ਗਏ ਜੁਰਮ ਨੂੰ ਵੇਖ ਕੇ ਮਿਥੀ ਜਾਏ। ਦਾਮਿਨੀ ਦੇ ਮਾਤਾ-ਪਿਤਾ ਨੇ ਵੀ ਯਾਚਿਕਾ ਦਾਖਲ ਕਰਕੇ ਸੁਪਰੀਮ ਕੋਰਟ ਵਿੱਚ ਕਿਹਾ ਕਿ ਨਾਬਾਲਿਗ ਦੀ ਉਮਰ ਨੂੰ ਜੁਰਮ ਦੇਖਦੇ ਹੋਇਆਂ ਸਜ਼ਾ ਦਿੱਤੀ ਜਾਏ, ਪਰ ਅਜਿਹਾ ਨਹੀਂ ਹੋਇਆ ਤੇ ਨਾਬਾਲਿਗ ਨੂੰ 3 ਸਾਲ ਦੀ ਸਜ਼ਾ ਹੀ ਮੁਕਰਰ ਕੀਤੀ ਗਈ। ਦੂਜੇ ਪਾਸੇ ਜਿਹੜੇ 4 ਦੋਸ਼ੀਆਂ ਨੂੰ ਸਾਕੇਤ ਦੀ ਫਾਸਟ ਟ੍ਰੈਕ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਉਹਨਾਂ ਨੇ ਵੀ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਤੇ ਫਿਲਹਾਲ ਇਹ ਮਾਮਲਾ ਹਾਈ ਕੋਰਟ ਵਿੱਚ ਚੱਲ ਰਿਹਾ ਹੈ। ਐਸੇ ਕੋਈ ਵੀ ਫੈਸਲਾ ਹੁਣ ਸਾਲ 2014 ਨੂੰ ਹੀ ਵੇਖਣ ਨੂੰ ਮਿਲ ਸਕਦਾ ਹੈ। ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਸਾਲ 2013 ਵਿੱਚ ਦਾਮਿਨੀ ਨੂੰ ਇਨਸਾਫ ਦਿਵਾਉਣ ਦਾ ਅਦਾਲਤ ਵੱਲੋਂ ਇਤਿਹਾਸਿਕ ਫੈਸਲਾ ਲਿਆ ਗਿਆ, ਪਰ ਨਾਬਾਲਿਗ ਦੋਸ਼ੀ ਨੂੰ ਮਿਲੀ ਸਜ਼ਾ ਨੇ ਲੋਕਾਂ ਦੇ ਵਿੱਚ ਕੁਝ ਸ਼ੰਕੇ ਵੀ ਪੈਦਾ ਕੀਤੇ।
ਆਰੂਸ਼ੀ ਹੇਮਰਾਜ ਕਤਲकांड, ਜਿਸ ਦੀ ਲੰਬਾ ਸਮਾਂ ਸੀਬੀਆਈ ਨੇ ਜਾਂਚ ਕੀਤੀ। ਸੀਬੀਆਈ ਨੇ ਆਪਣੀ ਜਾਂਚ ਦੌਰਾਨ ਵਾਰ-ਵਾਰ ਸ਼ੱਕ ਦੀ ਸੂਈ ਆਰੂਸ਼ੀ ਦੇ ਮਾਪਿਆਂ ਤੇ ਹੀ ਟਿਕਾਈ, ਪਰ ਤਲਵਾਰ ਜੋੜੇ ਵੱਲੋਂ ਲਗਾਤਾਰ ਇਹਨਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਜਾਂਦਾ ਰਿਹਾ। ਆਖਰਕਾਰ ਗਾਜ਼ੀਆਬਾਦ ਦੀ ਸੀਬੀਆਈ ਅਦਾਲਤ ਨੇ ਇਹਨਾਂ ਇਲਜ਼ਾਮਾਂ ਦੇ ਤਹਿਤ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਸਾਲ 2008 ਦਾ ਡਬਲ ਮਰਡਰ ਨੋਇਡਾ ਕੇਸ ਸਾਲ 2013 ਵਿੱਚ ਜਾ ਕੇ ਆਪਣੇ ਅੰਤਿਮ ਪੜਾਅ ਵਿੱਚ ਪਹੁੰਚ ਸਕਿਆ। ਇਸ ਕੇਸ ਦੀ ਟਾਈਮਲਾਈਨ ਤੇ ਤੁਹਾਡੀ ਨਜ਼ਰ ਦਿਵਾਉਂਦੇ ਹਾਂ। ਮਈ 16, 2008 ਨੂੰ ਆਰੂਸ਼ੀ ਤਲਵਾਰ, ਜੋ ਕਿ ਡੈਂਟਿਸਟ ਕਪਲ ਰਾਜੇਸ਼ ਤੇ ਨੂਪੁਰ ਤਲਵਾਰ ਦੀ ਬੇਟੀ ਸੀ, ਨੋਇਡਾ ਵਿਖੇ ਆਪਣੇ ਘਰ ਦੇ ਬੈਡਰੂਮ ਵਿੱਚ ਕੱਟੀ ਗਰਦਨ ਨਾਲ ਮ੍ਰਿਤ ਪਾਈ ਗਈ। ਸਾਰਿਆਂ ਦਾ ਸ਼ੱਕ ਘਰ ਦੇ ਨੌਕਰ ਹੇਮਰਾਜ ਤੇ ਗਿਆ, ਪਰ ਮਈ 17 ਨੂੰ ਇਹ ਸ਼ੱਕ ਫੁਰ ਹੋ ਗਿਆ, ਕਿਉਂਕਿ ਨੌਕਰ ਹੇਮਰਾਜ ਦੀ ਲਾਸ਼ ਵੀ ਘਰ ਦੇ ਉੱਪਰ ਦੇ ਕਮਰੇ ਤੋਂ ਮਿਲੀ। ਪੁਲਿਸ ਲਈ ਇਹ ਉਲਝਣ ਹੋ ਗਈ ਕਿ ਆਖਿਰ ਕਾਤਲ ਹੈ ਕੌਣ। ਮਈ 23 ਆਰੂਸ਼ੀ ਦੇ ਪਿਤਾ ਰਾਜੇਸ਼ ਤਲਵਾਰ ਨੂੰ ਕਤਲ ਕਰਨ ਦੇ ਸ਼ੱਕ ਹੇਠਾਂ ਗ੍ਰਿਫਤਾਰ ਕਰ ਲਿਆ ਗਿਆ। ਮਈ 31, 2008 ਨੂੰ ਉਲਝਦੇ ਜਾਂਦੇ ਇਸ ਕੇਸ ਨੂੰ ਸੀਬੀਆਈ ਕੋਲ ਭੇਜ ਦਿੱਤਾ ਗਿਆ। ਜੁਲਾਈ 12, 2008 ਨੂੰ ਕਾਫੀ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਦੋਹਰੇ ਕਤਲकांड ਦਾ ਕੋਈ ਸਿੱਟਾ ਨਾ ਨਿਕਲਦਿਆਂ ਦੇਖ ਜੁਲਾਈ 12 ਨੂੰ ਰਾਜੇਸ਼ ਤਲਵਾਰ ਨੂੰ ਜ਼ਮਾਨਤ ਮਿਲ ਗਈ। ਪਰ ਸੀਬੀਆਈ ਦੇ ਸ਼ੱਕ ਦੇ ਘੇਰੇ ਵਿੱਚ ਸ਼ੁਰੂ ਤੋਂ ਹੀ ਮਾਪੇ ਰਹੇ ਤੇ ਆਖਿਰ ਸੀਬੀਆਈ ਨੇ ਤਲਵਾਰ ਜੋੜੇ ਨੂੰ ਘੇਰਨ ਲਈ ਅਦਾਲਤ ਤੋਂ ਉਹਨਾਂ ਦਾ ਨਾਰਕੋ ਟੈਸਟ ਕਰਵਾਉਣ ਦੀ ਮਨਜ਼ੂਰੀ ਮੰਗੀ। ਦਸੰਬਰ 29 ਨੂੰ ਸਾਰੇ ਪਹਿਲੂਆਂ ਨੂੰ ਦੇਖਦਿਆਂ ਹੋਇਆਂ ਸੀਬੀਆਈ ਨੇ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ ਤੇ ਤਲਵਾਰ ਜੋੜੇ ਨੂੰ ਦੋਸ਼ੀ ਕਰਾਰ ਦਿੱਤਾ। ਆਪਣੇ ਪੱਖ ਨੂੰ ਪੂਰਨ ਲਈ ਸੀਬੀਆਈ ਕੋਲ ਸਬੂਤ ਨਹੀਂ ਜੁਟੇ, ਜਿਸ ਕਰਕੇ ਇਸ ਦਾ ਫਾਇਦਾ ਤਲਵਾਰ ਜੋੜੇ ਨੂੰ ਮਿਲਿਆ। जनवरी 25, 2011 ਨੂੰ ਗਾਜ਼ੀਆਬਾਦ ਕੋਰਟ ਦੇ ਬਾਹਰ ਰਾਜੇਸ਼ ਤਲਵਾਰ ਉੱਪਰ ਅਣਪਛਾਤੇ ਹਮਲਾਵਰ ਨੇ ਹਮਲਾ ਕੀਤਾ। ਫੈਬਰਵਰੀ 9 ਨੂੰ ਗਾਜ਼ੀਆਬਾਦ ਦੀ ਸਪੈਸ਼ਲ ਕੋਰਟ ਨੇ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਖਾਰਿਜ ਕਰਕੇ ਫਿਰ ਤੋਂ ਕੇਸ ਨੂੰ ਕੋਖਣ ਦੇ ਹੁਕਮ ਦਿੱਤੇ। ਮਾਰਚ 14, 2012 ਨੂੰ ਸੀਬੀਆਈ ਨੇ ਰਾਜੇਸ਼ ਤਲਵਾਰ ਨੂੰ ਦਿੱਤੀ ਗਈ ਜ਼ਮਾਨਤ ਦਾ ਵਿਰੋਧ ਕੀਤਾ। ਅਪ੍ਰੈਲ 30 ਨੂੰ ਨੂਪੁਰ ਤਲਵਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਮਈ 3 ਨੂੰ ਸੈਸ਼ਨ ਕੋਰਟ ਨੇ ਨੂਪੁਰ ਤਲਵਾਰ ਦੀ ਜ਼ਮਾਨਤ ਅਰਜ਼ੀ ਨੂੰ ਖਾਰਿਜ ਕਰ ਦਿੱਤਾ। ਮਈ 25 ਨੂੰ ਰਾਜੇਸ਼ ਤੇ ਨੂਪੁਰ ਤਲਵਾਰ ਨੂੰ ਗਾਜ਼ੀਆਬਾਦ ਦੀ ਅਦਾਲਤ ਨੇ ਕਤਲ ਦੇ ਸਬੂਤ ਨੂੰ ਮਿਟਾਉਣ ਦੀ ਸਾਜ਼ਿਸ਼ ਦਾ ਭਾਗੀਦਾਰ ਕਰਾਰ ਦਿੱਤਾ ਤੇ ਨੂਪੁਰ ਤਲਵਾਰ ਨੂੰ ਵੀ ਭਾਗੀਦਾਰ ਕਰਾਰ ਦਿੱਤਾ। ਪਰ ਫਿਰ ਸਰਵੋੱਚ ਅਦਾਲਤ ਦੇ ਨਿਰਦੇਸ਼ਾਂ ਤੋਂ ਬਾਅਦ ਨੂਪੁਰ ਨੂੰ ਜ਼ਮਾਨਤ ਮਿਲੀ। ਅਪ੍ਰੈਲ 2013 ਨੂੰ ਸੀਬੀਆਈ ਨੇ ਅਦਾਲਤ ਵਿੱਚ ਸਾਫ਼ ਕਿਹਾ ਕਿ ਲੰਬੇ ਸਮੇਂ ਤੋਂ ਲਟਕ ਰਹੇ ਇਸ ਦੋਹਰੇ ਕਤਲकांड ਦੇ ਕਾਤਲ ਆਰੂਸ਼ੀ ਦੇ ਮਾਤਾ-ਪਿਤਾ ਹੀ ਨੇ। ਸੀਬੀਆਈ ਨੇ ਆਪਣੇ ਹੱਥ ਵਿੱਚ ਕਿਹਾ ਕਿ ਤਲਵਾਰ ਕਪਲ ਨੇ ਆਰੂਸ਼ੀ ਤੇ ਹੇਮਰਾਜ ਨੂੰ ਨਾ ਸਹਿਣਯੋਗ ਹਾਲਾਤਾਂ ਵਿੱਚ ਵੇਖਿਆ ਸੀ, ਜਿਸ ਤੋਂ ਬਾਅਦ ਗੁੱਸਾਏ ਜੋੜੇ ਨੇ ਦੋਹਾਂ ਦਾ ਕਤਲ ਕਰ ਦਿੱਤਾ। ਕਤਲ ਇੰਨੀ ਸ਼ਾਤਰਾਨਾ ਤਰੀਕੇ ਦੇ ਨਾਲ ਕੀਤਾ ਗਿਆ ਕਿ ਮਾਮਲਾ ਉਲਝ ਗਿਆ। ਮਈ 3 ਨੂੰ ਤਲਵਾਰ ਜੋੜੇ ਨੇ ਅਦਾਲਤ ਵਿੱਚ 14 ਲੋਕਾਂ ਨੂੰ ਆਪਣੇ ਤਰਕਾਂ ਦੇ ਹੱਕਾਂ ਵਿੱਚ ਪੇਸ਼ ਕੀਤਾ। ਇੱਥੋਂ ਤੱਕ ਕਿ ਸੀਬੀਆਈ ਦੇ ਸਾਬਕਾ ਜੁਆਇੰਟ ਡਾਇਰੈਕਟਰ ਅਰੁਣ ਕੁਮਾਰ ਵੀ ਗਵਾਹ ਵਜੋਂ ਪੇਸ਼ ਹੋਏ। ਸੀਬੀਆਈ ਨੇ ਇਸ ਦਾ ਵਿਰੋਧ ਕਰਦਿਆਂ ਤਲਵਾਰ ਜੋੜੇ ਤੇ ਕੇਸ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਗਾਇਆ। ਆਖਿਰ ਅਦਾਲਤ ਨੇ ਨਵੰਬਰ 25 ਤੱਕ ਦੇ ਲਈ ਮਾਮਲੇ ਦੇ ਫੈਸਲੇ ਨੂੰ ਸੁਰੱਖਿਅਤ ਰੱਖਿਆ ਤੇ ਨਵੰਬਰ 25, 2013 ਨੂੰ ਅਦਾਲਤ ਨੇ ਰਾਜੇਸ਼ ਤੇ ਨੂਪੁਰ ਤਲਵਾਰ ਨੂੰ ਆਪਣੀ ਬੇਟੀ ਆਰੂਸ਼ੀ ਤਲਵਾਰ ਤੇ ਘਰੇਲੂ ਨੌਕਰ ਹੇਮਰਾਜ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਤੇ ਆਪਣੇ ਫੈਸਲੇ ਵਿੱਚ ਦੋਹਾਂ ਨੂੰ ਉਮਰ ਕੈਦ ਦੀ ਸਜ਼ਾ ਦਾ ਫਰਮਾਨ ਸੁਣਾਇਆ। ਹਾਲਾਂਕਿ ਇਸ ਫਰਮਾਨ ਨੂੰ ਤਲਵਾਰ ਜੋੜੇ ਨੇ ਇਲਾਹਾਬਾਦ ਹਾਈ ਕੋਰਟ ਵਿੱਚ ਚੁਣੌਤੀ ਦੇਣ ਦਾ ਮਨ ਬਣਾਇਆ ਹੈ। ਪਰ ਆਖਿਰ ਸਾਲ 2008 ਤੋਂ ਸੀਬੀਆਈ ਨੂੰ ਉਲਝਾਏ ਹੋਏ ਇਸ ਕੇਸ ਦਾ ਫੈਸਲਾ ਸਾਲ 2013 ਨੂੰ ਆ ਗਿਆ। ਇਹ ਕੇਸ ਬਾਅਦ ਵਿੱਚ ਆਨਰ ਕਿਲਿੰਗ ਦਾ ਕੇਸ ਹੋ ਕੇ ਨਿਬੜਿਆ, ਜਿਸ ਵਿੱਚ ਡਾਕਟਰ ਮਾਪਿਆਂ ਨੇ ਆਪਣੀ ਬੇਟੀ ਦਾ ਕਤਲ ਐਨੀ ਮੈਡੀਕਲ ਵਿਉਂਤਬੰਦੀ ਦੇ ਨਾਲ ਕੀਤਾ ਕਿ ਪੁਲਿਸ ਤੇ ਸੀਬੀਆਈ ਨੂੰ ਸਬੂਤ ਜੁਟਾਉਣ ਦੇ ਵਿੱਚ ਸਾਲਾਂ ਲੱਗ ਗਏ। ਭਾਵੇਂ ਕਿ ਇਸ ਕੇਸ ਦਾ ਫੈਸਲਾ ਸਾਲ 2013 ਨੂੰ ਆਇਆ ਹੈ, ਪਰ ਹਾਲੇ ਵੀ ਇਸ ਮਾਮਲੇ ਵਿੱਚ ਸਬੂਤਾਂ ਦੀ ਅਣਹੋਂਦ ਕਰਕੇ ਇਹ ਮਾਮਲਾ ਕਿਸੇ ਫਿਲਮੀ ਮਿਸਟਰੀ ਤੋਂ ਘੱਟ ਨਹੀਂ।
ਸਾਲ 2013 ਆਸਾਰਾਮ ਤੇ ਨਾਰਾਇਣ ਸਾਈਂ ਲਈ ਬਹੁਤ ਹੀ ਮਾੜਾ ਸਾਬਤ ਹੋਇਆ। ਅਰਸ਼ਾਂ ਤੇ ਰਹਿਣ ਵਾਲੇ ਦੋਵੇਂ ਸ਼ਖਸ ਫਰਸ਼ਾਂ ਤੇ ਆ ਡਿੱਗੇ। ਆਖਿਰਕਾਰ ਇਹਨਾਂ ਦੋਵਾਂ ਤੇ ਇਲਜ਼ਾਮ ਲੱਗੇ ਕਈ ਬਾਲਗ ਤੇ ਨਾਬਾਲਗ ਲੜਕੀਆਂ ਦੇ ਨਾਲ ਜਿਸਮਾਨੀ ਛੇੜਛਾੜ ਤੇ ਬਲਾਤਕਾਰ ਵਰਗੇ। ਨਾਰਾਇਣ ਸਾਈਂ ਪੁਲਿਸ ਦੀ ਗ੍ਰਿਫਤ ਤੋਂ ਕਾਫੀ ਸਮਾਂ ਬਚਦਾ ਵੀ ਰਿਹਾ, ਪਰ ਕਹਿੰਦੇ ਨੇ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ। ਆਖਿਰਕਾਰ ਨਾਰਾਇਣ ਸਾਈਂ ਵੀ ਕਬਜ਼ੇ ਦੇ ਵਿੱਚ ਆ ਗਿਆ ਤੇ ਦੋਵੇਂ ਹੀ ਪਿਓ ਪੁੱਤ ਹੁਣ ਜੇਲ੍ਹ ਦੇ ਵਿੱਚ ਨੇ। ਸੰਸਾਰਿਕ ਮੋਹ ਮਾਇਆ ਤਿਆਗ ਕੇ ਭਗਵਾਨ ਨਾਲ ਮੋਹ ਲਗਾਉਣ ਵਾਲੇ ਸਾਧੂ ਸੰਤਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਆਸਾਰਾਮ ਬਾਪੂ ਤੇ ਸਾਲ 2013 ਕਾਲ ਬਣ ਕੇ ਪਰਪਿਆ। ਸੰਤ ਦੇ ਚੋਲੇ ਵਿੱਚ ਇੱਕ ਅਜਿਹੇ ਹੈਵਾਨ ਦਾ ਚਿਹਰਾ ਸਾਹਮਣੇ ਆਇਆ ਜਿਸ ਨੇ ਸੰਤਾਂ ਦੇ ਅਕਸ ਨੂੰ ਹੀ ਹਿਲਾ ਦਿੱਤਾ। ਪਹਿਲਾਂ ਤੋਂ ਹੀ ਸਵਾਲਾਂ ਅਤੇ ਵਿਵਾਦਾਂ ਨਾਲ ਘਿਰੇ ਆਸਾਰਾਮ ਇਸ ਸਾਲ ਆਪਣੇ ਕੁਨਬੇ ਨੂੰ ਵੀ ਮੁਸੀਬਤਾਂ ਤੋਂ ਦੂਰ ਨਾ ਰੱਖ ਸਕੇ ਤੇ ਚੜ ਗਏ ਆਪਣੇ ਹੀ ਕਾਲੀ ਕਰਤੂਤਾਂ ਦੀ ਭੇਂਟ। जी हाँ, आसाराम ते लगे एक लड़की नाल दुष्कर्म दे मामले ने पाखंडी ते ढोंगी आसाराम दी पोल खोल दी। मामले दी परत दर परत हटती गई ते आसाराम दे किनोने कारनामा दा खुलासा होंदा चला गया। लंबे समय तो यौन शोषण मामले विच चर्चा विच रहे आसाराम ने न सगो धर्म दे नां ते जायदाद जुटाण दा काम कीता, सगो गैर कानूनी तरीके दे नाल ਜ਼ਮੀਨਾਂ ते भी कब्जे कीते। ਲੋਕਾਂ ਦੀ ਨੈਤਿਕ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਾਅਦ ਵੀ ਜਦ ਆਸਾਰਾਮ ਬਾਜ਼ ਨਹੀਂ ਆਏ ਤਾਂ ਉਹਨਾਂ ਸਰੀਰਕ ਸ਼ੋਸ਼ਣ ਨੂੰ ਵੀ ਵਧਾਵਾ ਦੇ ਦਿੱਤਾ। ਕੁਨਬੇ ਦੇ ਮੁਖੀਆਂ ਨੇ ਤਾਂ ਦੁਸ਼ਕਰਮ ਕੀਤੇ ਹੀ, ਨਾਲ ਹੀ ਉਹਨਾਂ ਦੇ ਬੇਟੇ ਸਾਈਂ ਨੇ ਵੀ ਇਸ ਘਿਨੌਣੇ ਵਪਾਰ ਦੇ ਦਾਅ ਪੇਚਾਂ ਦੇ ਵਿੱਚ ਉਹਨਾਂ ਦਾ ਪੂਰਾ ਸਾਥ ਦਿੱਤਾ। ਇਸ ਵਪਾਰ ਨੂੰ ਵਧਾਵਾ ਦੇਣ ਵਿੱਚ ਆਸਾਰਾਮ ਦੀ ਪਤਨੀ ਤੇ ਉਹਨਾਂ ਦੀ ਬੇਟੀ ਨੇ ਵੀ ਕੋਈ ਕਸਰ ਨਾ ਛੱਡੀ। ਲੁੱਟ ਖਸੁੱਟ ਤੇ ਸ਼ੋਸ਼ਣ ਕਰ ਆਸਾਰਾਮ ਨੇ ਭਾਵੇਂ ਕਿ ਖੂਬ ਪੈਸਾ ਕਮਾਇਆ ਹੋਵੇ, ਪਰ ਆਪਣੇ ਗੁਨਾਹਾਂ ਦੇ ਉਜਾਗਰ ਹੋਣ ਤੋਂ ਬਾਅਦ ਜੋ ਬਚਕਾਨੇ ਤਰਕ ਆਸਾਰਾਮ ਨੇ ਆਪਣੇ ਬਚਾਅ ਵਿੱਚ ਦਿੱਤੇ, ਉਸ ਨੂੰ ਸੁਣ ਕੇ ਕੋਈ ਵੀ ਹੈਰਾਨ ਹੋ ਜਾਏ। ਫਿਲਹਾਲ ਆਸਾਰਾਮ ਆਪਣੇ ਗੁਨਾਹਾਂ ਦੀ ਸਜ਼ਾ ਸਾਲ 2013 ਵਿੱਚ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਭੁਗਤਣ ਨੂੰ ਮਜਬੂਰ ਹੋਏ। ਪਰ ਇੱਥੇ ਇਹ ਕਹਿਣਾ ਵੀ ਗਲਤ ਨਹੀਂ ਹੋਏਗਾ ਕਿ ਸਾਲ 2013 ਨੇ ਖਤਮ ਹੁੰਦਿਆਂ ਆਸਾਰਾਮ ਤੇ ਚੜੇ ਸਾਧੂ ਸੰਤਾਂ ਦੇ ਰੰਗ ਨੂੰ ਹੀ ਧੋ ਕੇ ਰੱਖ ਦਿੱਤਾ। बाप का बाप बेटा लाजवाब, पहला आसाराम फिर नारायण साईं। सूरज दी दो भैनां दे खुलासे तो बाद दोनों बाप बेटे अपने ही बिछाए गए जाल विच फस गए। मामले विच जिवें ही नारायण साईं दा नां सामने आया, साईं पुलिस दी अखां विच धूल झोंक के अजिहे भज्जे कि पुलिस 58 दिन तक देश दे कोने-कोने दी खाक छांदी रही। कश्मीर तो कन्याकुमारी तक पुलिस ने थां-थां छापेमारी तां कीती ही, नाल ही देश तो बाहर भी पुलिस ने नारायण साईं नूं लभण दे विच कोई कसर न छड्डी। आखिरकार लंबे सर्च अभियान तो बाद नारायण साईं दी धरपकड़ हुई। चौंकाण वाली गल यह रही कि नारायण साईं इन्ने लंबे समय तक पंजाब ते लुधियाना विच लुकदे रहे, लेकिन जब वो अपनी बिल तो बाहर निकले तो हरियाणा के कुरुक्षेत्र पहुंचते सार ही पुलिस ने पीपली के कोल नारायण साईं नूं गिरफ्तार कर लिया। इस तो बाद नारायण साईं नूं सूरत ले जाया गया, जिथे उन्हां 8 औरतां दे नाल शारीरिक शोषण करन दा जुर्म कबूलिया। मन्निया जा रहा है कि आसाराम बापू ते उन्हां दे बेटे नारायण साईं दी दुष्कर्म मामले दे विच गिरफ्तारी दूरदंदेशी असर पावेगी। कुल मिला के अध्यात्मक चोले विच काली करतूतां दी पोल खोल ने बापू नूं विवादां दा बापू घोषित कर दिता। संजय दत्त एक अजिही शख्सियत जो अक्सर ही विवादां दे विच रहिंदी है। साल 2013 संजय दत्त लई भी निर्णायक हो निबड़िया। हथियार रखण दे इल्जाम दे विच संजय दत्त नूं 5 साल की सज़ा हुई, जिस दे विचों 1.5 साल की सज़ा वो पहला ही भुगत चुका सी ते हुण 3.5 साल संजय दत्त नूं जेल दे विच कटने पैणगे। कल
ਕਦੇ ਖੁਦ ਗਲਤੀ ਕਰ ਬੈਠੇ ਤੇ ਕਦੇ ਹਾਲਾਤ ਨੇ ਕੀਤਾ ਮਜਬੂਰ। ਜੀਵਨ ਦਾ ਕੋਈ ਅਜਿਹਾ ਦੌਰ ਨਹੀਂ ਜਦ ਸੰਜੂ ਬਾਬਾ ਰਹੇ ਹੋਣ ਪਰੇਸ਼ਾਨੀਆਂ ਤੋਂ ਦੂਰ। ਵੱਡੇ ਪਰਦੇ ਤੇ ਆਪਣੀ ਐਕਟਿੰਗ ਨਾਲ ਕਰੋੜਾਂ ਲੋਕਾਂ ਦਾ ਦਿਲ ਜਿੱਤਣ ਵਾਲੇ ਸੰਜੇ ਦੱਤ ਅੱਜ ਆਪਣੇ ਜੀਵਨ ਦੇ ਸਭ ਤੋਂ ਬੁਰੇ ਦੌਰ ਤੋਂ ਗੁਜ਼ਰ ਰਹੇ ਨੇ, ਕਿਉਂਕਿ ਯਰਵੜਾ ਜੇਲ੍ਹ ਦੇ ਵਿੱਚ ਹਰ ਪਲ ਸੰਜੂ ਬਾਬਾ ਤਨਹਾਈ ਨਾਲ ਲੜ ਰਹੇ ਨੇ। ਜੀ ਹਾਂ, ਸਾਲ 1993 ਦੇ ਮੁੰਬਈ ਬੰਬ ਧਮਾਕਿਆਂ ਤੇ ਇਸ ਸਾਲ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾਇਆ। ਕੋਰਟ ਨੇ ਆਪਣੇ ਫੈਸਲੇ ਵਿੱਚ ਜਿੱਥੇ ਦਾਊਦ ਦੇ ਭਰਾ ਯਾਕੂਬ ਮੈਨਨ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ, ਉੱਥੇ ਹੀ ਸੰਜੇ ਦੱਤ ਨੂੰ ਵੱਡਾ ਝਟਕਾ ਦਿੰਦੇ ਹੋਏ 5 ਸਾਲ ਦੀ ਸਜ਼ਾ ਸੁਣਾ ਦਿੱਤੀ। ਮੁੰਬਈ ਦੀ ਟਾਡਾ ਅਦਾਲਤ ਨੇ ਸੰਜੇ ਦੱਤ ਨੂੰ ਆਰਮਸ ਐਕਟ ਦੇ ਤਹਿਤ ਸਜ਼ਾ ਦਾ ਐਲਾਨ ਕੀਤਾ, ਜਿਸ ਦੇ ਖਿਲਾਫ ਸੰਜੇ ਦੱਤ ਨੇ ਸੁਪਰੀਮ ਕੋਰਟ ਵਿੱਚ ਅਪੀਲ ਵੀ ਪਾਈ, ਜਿਸ ਤੋਂ ਬਾਅਦ ਸਰਵਉੱਚ ਅਦਾਲਤ ਨੇ ਸੰਜੇ ਦੱਤ ਨੂੰ ਸਰੈਂਡਰ ਕਰਨ ਦੇ ਲਈ 1 ਮਹੀਨੇ ਦਾ ਸਮਾਂ ਦਿੱਤਾ ਅਤੇ ਪੂਰੇ 1 ਮਹੀਨੇ ਬਾਅਦ ਸੰਜੇ ਦੱਤ ਨੂੰ ਯਰਵੜਾ ਜੇਲ੍ਹ ਭੇਜ ਦਿੱਤਾ ਗਿਆ। ਹਾਲਾਂਕਿ ਮੁੰਬਈ ਬੰਬ ਧਮਾਕਿਆਂ ਦੀ ਜਾਂਚ ਦੇ ਦੌਰਾਨ ਸੰਜੇ ਦੱਤ ਨੇ ਹਥਿਆਰ ਰੱਖਣ ਦੇ ਆਰੋਪ ਦੇ ਵਿੱਚ 16 ਮਹੀਨਿਆਂ ਦੀ ਜੇਲ੍ਹ ਕੱਟੀ ਸੀ, ਜਿਸ ਦੇ ਚੱਲਦਿਆਂ ਹੁਣ ਸੰਜੇ ਦੱਤ ਨੂੰ ਸਜ਼ਾ ਪੂਰੀ ਕਰਨ ਦੇ ਲਈ 3.5 ਸਾਲ ਦੀ ਹੋਰ ਸਜ਼ਾ ਕੱਟਣੀ ਹੋਵੇਗੀ। ਸਾਲ 1981 ਵਿੱਚ ਰੌਕੀ ਫਿਲਮ ਦੇ ਨਾਲ ਵੱਡੇ ਪਰਦੇ ਤੇ ਹੀਰੋ ਦੇ ਤੌਰ ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਸੰਜੂ ਬਾਬਾ ਦਾ ਸ਼ੁਰੂਆਤੀ ਕੈਰੀਅਰ ਕਾਫੀ ਉਤਾਰ ਚੜ੍ਹਾਅ ਭਰਿਆ ਰਿਹਾ। ਸੰਜੂ ਬਾਬਾ ਦੀ ਪਹਿਲੀ ਫਿਲਮ ਦੇ ਪ੍ਰੀਮੀਅਰ ਤੋਂ ਠੀਕ 3 ਦਿਨ ਪਹਿਲਾਂ ਉਹਨਾਂ ਦੀ ਮਾਂ ਅਤੇ ਮਸ਼ਹੂਰ ਅਦਾਕਾਰਾ ਨਰਗਿਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਡਰੱਗਸ ਲੈਣ ਦੀ ਵਜ੍ਹਾ ਨਾਲ ਸੰਜੇ ਦੱਤ ਨੇ 5 ਮਹੀਨੇ ਦੀ ਜੇਲ੍ਹ ਕੱਟੀ ਅਤੇ ਅਮਰੀਕਾ ਵਿੱਚ ਨਸ਼ਾ ਮੁਕਤੀ ਕੇਂਦਰ ਵਿੱਚ 2 ਸਾਲ ਰਹਿ ਕੇ ਡਰੱਗਸ ਤੋਂ ਪਿੱਛਾ ਛੁਡਾਇਆ। ਡਰੱਗਸ ਤੋਂ ਮੁਕਤੀ ਪਾਉਣ ਦੇ ਬਾਅਦ ਸੰਜੇ ਦੱਤ ਨੇ ਬਾਲੀਵੁੱਡ ਦੇ ਵਿੱਚ ਦਮਦਾਰ ਵਾਪਸੀ ਕੀਤੀ। ਸੰਜੇ ਦੱਤ ਨੇ ਸਾਜਨ, ਸੜਕ ਅਤੇ ਖਲਨਾਇਕ ਵਰਗੀਆਂ ਸੁਪਰ ਹਿੱਟ ਫਿਲਮਾਂ ਦਿੱਤੀਆਂ। ਬਾਵਜੂਦ ਇਸ ਦੇ ਸੰਜੇ ਦੱਤ ਦੀ ਨਿੱਜੀ ਜ਼ਿੰਦਗੀ ਵਿੱਚ ਠਹਿਰਾਅ ਨਹੀਂ ਆਇਆ ਅਤੇ ਸਾਲ 1993 ਦੇ ਵਿੱਚ ਸੰਜੇ ਦੱਤ ਦੀ ਜ਼ਿੰਦਗੀ ਦਾ ਬੁਰਾ ਦੌਰ ਸ਼ੁਰੂ ਹੋ ਗਿਆ। ਬੇਸ਼ੱਕ ਸਾਲ 2013 ਵਿੱਚ ਸੁਪਰੀਮ ਕੋਰਟ ਨੇ ਸੰਜੂ ਬਾਬਾ ਨੂੰ ਫਟਕਾਰ ਲਗਾਉਂਦਿਆਂ ਹੋਇਆ ਉਹਨਾਂ ਨੂੰ 5 ਸਾਲ ਦੀ ਸਜ਼ਾ ਸੁਣਾਈ, ਲੇਕਿਨ ਸੰਜੇ ਦੱਤ ਨੇ ਵੀ ਕੈਦ ਤੋਂ ਛੁਟਕਾਰਾ ਪਾਉਣ ਦੇ ਲਈ ਸਾਰੇ ਸਾਮ-ਦਾਮ ਦੰਡ ਭੇਦ ਲਗਾਏ। ਸੰਜੇ ਦੱਤ ਨੂੰ ਯਰਵੜਾ ਜੇਲ੍ਹ ਤੋਂ ਪੈਰੋਲ ਤੇ ਬਿਮਾਰੀ ਦੇ ਕਾਰਨ ਬਾਹਰ ਆਉਣ ਦੀ ਛੂਟ ਦਿੱਤੀ ਗਈ, ਪਰ ਬਿਮਾਰੀ ਤਾਂ ਮਹਿਜ਼ ਇੱਕ ਬਹਾਨਾ ਸੀ। ਅਸਲ ਦੇ ਵਿੱਚ ਸੰਜੇ ਦੱਤ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣਾ ਚਾਹੁੰਦੇ ਸਨ, ਸ਼ਾਇਦ ਤਾਂ ਹੀ ਉਹਨਾਂ ਨੂੰ ਕਈ ਪਾਰਟੀਆਂ ਦੇ ਵਿੱਚ ਵੀ ਵੇਖਿਆ ਗਿਆ। ਲਾਲੂ ਪ੍ਰਸਾਦ ਯਾਦਵ ਭਾਰਤੀ ਸਿਆਸਤ ਦੇ ਕਦਾਵਰ ਨੇਤਾ। ਸਾਲ 2013 ਦੇ ਵਿੱਚ ਇਹਨਾਂ ਨੂੰ ਵੀ ਜੇਲ੍ਹ ਦਾ ਰਾਸ਼ਨ ਆਖਰਕਾਰ ਖਾਣਾ ਹੀ ਪਿਆ। ਲੰਬੇ ਸਮੇਂ ਤੱਕ ਚੱਲਦਾ ਆ ਰਿਹਾ ਮਾਮਲਾ ਚਾਰਾ ਘੁਟਾਲਾ, ਜਿਸ ਦੇ ਵਿੱਚ ਰਾਂਚੀ ਦੀ ਅਦਾਲਤ ਨੇ ਇਹਨਾਂ ਨੂੰ 5 ਸਾਲ ਦੀ ਸਜ਼ਾ ਸੁਣਾਈ। ਫਿਲਹਾਲ ਲਾਲੂ ਪ੍ਰਸਾਦ ਯਾਦਵ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਥੋੜੀ ਰਾਹਤ ਮਿਲੀ ਹੈ। ਦੇਸ਼ ਦੇ ਸਫਲ ਰੇਲ ਮੰਤਰੀਆਂ ਦੇ ਵਿੱਚੋਂ ਇੱਕ ਲਾਲੂ ਪ੍ਰਸਾਦ ਯਾਦਵ ਬਿਹਾਰ ਦੇ ਵੱਡੇ ਸਿਆਸਤਦਾਨਾਂ ਦੇ ਵਿੱਚੋਂ ਇੱਕ ਗਿਣੇ ਜਾਂਦੇ ਨੇ। ਉਂਝ ਤਾਂ ਲਾਲੂ ਪ੍ਰਸਾਦ ਯਾਦਵ ਹਮੇਸ਼ਾ ਹੀ ਆਪਣੀ ਅਨੋਖੀ ਬਿਆਨਬਾਜ਼ੀ ਦੇ ਕਾਰਨ ਸੁਰਖੀਆਂ ਵਿੱਚ ਰਹੇ ਹਨ, ਪਰ ਇਸ ਸਾਲ ਲਾਲੂ ਨੂੰ ਸੁਪਰੀਮ ਕੋਰਟ ਨੇ ਅਜਿਹਾ ਝਟਕਾ ਦਿੱਤਾ ਕਿ ਲਾਲੂ ਸਿੱਧਾ ਪਹੁੰਚ ਗਏ ਜੇਲ੍ਹ। ਜੀ ਹਾਂ, ਪਹਿਲਾਂ 17 ਸਾਲਾਂ ਤੋਂ ਚਾਰਾ ਘੁਟਾਲਾ ਵਿੱਚ ਬਚਦੇ ਆ ਰਹੇ ਲਾਲੂ ਪ੍ਰਸਾਦ ਯਾਦਵ ਨੂੰ 2013 ਨੇ ਅਜਿਹਾ ਘੇਰਿਆ ਕਿ ਸੁਪਰੀਮ ਕੋਰਟ ਨੇ ਲਾਲੂ ਸਮੇਤ 45 ਜਣਿਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ। ਸੁਪਰੀਮ ਕੋਰਟ ਦੀ ਗਾਜ ਡਿੱਗਦਿਆਂ ਹੀ 17 ਸਾਲ ਤੋਂ ਸਿਮਟਿਆ ਇਹ ਚਾਰਾ ਖੁੱਲ ਕੇ ਸਾਰਿਆਂ ਦੇ ਸਾਹਮਣੇ ਆ ਗਿਆ। ਕੋਰਟ ਨੇ ਲਾਲੂ ਪ੍ਰਸਾਦ ਯਾਦਵ ਨੂੰ 37 ਕਰੋੜ 68 ਲੱਖ ਰੁਪਏ ਗਬਨ ਕਰਨ ਦੇ ਦੋਸ਼ ਹੇਠ 5 ਸਾਲ ਦੀ ਸਜ਼ਾ ਸੁਣਾਈ ਅਤੇ 25 ਲੱਖ ਰੁਪਏ ਦਾ ਜੁਰਮਾਨਾ ਕੀਤਾ। ਸਜ਼ਾ ਦਾ ਐਲਾਨ ਹੁੰਦਿਆਂ ਹੀ ਪੁਲਿਸ ਨੇ ਲਾਲੂ ਪ੍ਰਸਾਦ ਯਾਦਵ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਉਹਨਾਂ ਨੂੰ ਰਾਂਚੀ ਦੇ ਬਿਰਸਾ ਮੁੰਡਾ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ। ਕਰੀਬ 2.5 ਮਹੀਨੇ ਬਾਅਦ ਲਾਲੂ ਪ੍ਰਸਾਦ ਯਾਦਵ ਨੂੰ ਰਾਹਤ ਮਿਲੀ ਹੈ ਅਤੇ ਉਹ ਜੇਲ੍ਹ ਤੋਂ ਰਿਹਾ ਹੋਏ ਨੇ। ਕੁੱਲ ਮਿਲਾ ਕੇ ਲਾਲੂ ਦੇ ਲਈ ਸਾਲ 2013 ਮੁਸੀਬਤਾਂ ਭਰਿਆ ਰਿਹਾ ਹੈ। ਬੇਸ਼ੱਕ ਉਹਨਾਂ ਨੂੰ ਕੋਰਟ ਨੇ ਰਾਹਤ ਤਾਂ ਦਿੱਤੀ ਹੈ, ਪਰ ਮੁਸ਼ਕਿਲਾਂ ਦੇ ਉਤਾਰ ਚੜਾਵ ਨੇ ਲਾਲੂ ਨੂੰ ਦਾਗੀ ਪ੍ਰਤੀਨਿਧੀਆਂ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ। ਹਰਿਆਣਾ ਦੇ ਦਿੱਗਜ ਸਿਆਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਤੇ ਉਹਨਾਂ ਦੇ ਬੇਟੇ ਅਜੇ ਚੌਟਾਲਾ ਲਈ ਵੀ ਸਾਲ 2013 ਚੰਗਾ ਨਹੀਂ ਰਿਹਾ। ਅਧਿਆਪਕ ਭਰਤੀ ਘੁਟਾਲਾ ਮਾਮਲੇ ਦੇ ਵਿੱਚ ਅਦਾਲਤ ਨੇ ਦੋਵਾਂ ਨੂੰ ਮੁਜਰਮ ਕਰਾਰ ਦਿੱਤਾ
ਤੇ ਦੋਵੇਂ ਪਿਓ ਪੁੱਤ ਹੁਣ ਜੇਲ੍ਹ ਦੀ ਹਵਾ ਖਾ ਰਹੇ ਨੇ। ਅਮੂਮਨ ਭਾਰਤੀ ਨੇਤਾਵਾਂ ਤੇ ਇਲਜ਼ਾਮ ਤਾਂ ਬਹੁਤ ਲੱਗਦੇ ਨੇ ਅਤੇ ਉਹ ਜੇਲ੍ਹ ਦੇ ਚੱਕਰ ਵੀ ਕੱਟ ਆਉਂਦੇ ਨੇ, ਪਰ ਇਹਨਾਂ ਸਿਆਸਤਦਾਨਾਂ ਤੇ ਇਲਜ਼ਾਮ ਸਿੱਧ ਨਹੀਂ ਹੋ ਪਾਉਂਦੇ। ਇਹਨਾਂ ਸਿਆਸਤਦਾਨੀਆਂ ਵਿੱਚ ਮੌਜੂਦ ਨੇ ਹਰਿਆਣਾ ਤੇ ਇੰਡੀਅਨ ਨੈਸ਼ਨਲ ਲੋਕਦਲ ਦੇ ਕਰਤਾ ਧਰਤਾ ਓਮ ਪ੍ਰਕਾਸ਼ ਚੌਟਾਲਾ। ਭਾਰਤੀ ਰਾਜਨੀਤੀ ਦੇ ਇਤਿਹਾਸ ਵਿੱਚ ਓਮ ਪ੍ਰਕਾਸ਼ ਚੌਟਾਲਾ ਅਜਿਹੇ ਗਿਣੇ ਚੁਣੇ ਨੇਤਾਵਾਂ ਦੇ ਵਿੱਚ ਸ਼ੁਮਾਰ ਹੋ ਗਏ ਨੇ ਜਿਨ੍ਹਾਂ ਨੂੰ ਕਿਸੇ ਇਲਜ਼ਾਮ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜੀ ਹਾਂ, ਸਾਲ 2013 ਓਮ ਪ੍ਰਕਾਸ਼ ਚੌਟਾਲਾ ਦੇ ਲਈ ਕਾਲ ਬਣ ਕੇ ਆਇਆ। ਸਾਲ ਸ਼ੁਰੂ ਹੁੰਦਿਆਂ ਹੀ ਓਪੀ ਚੌਟਾਲਾ ਆਪਣੇ ਘੁਟਾਲੇ ਵਿੱਚ ਅਜਿਹਾ ਫਸੇ ਕਿ ਸਿੱਧਾ ਜੇਲ੍ਹ ਪਹੁੰਚ ਗਏ। ਹਰਿਆਣਾ ਦੇ ਅਧਿਆਪਕ ਭਰਤੀ ਘੁਟਾਲੇ ਵਿੱਚ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਤੇ ਉਹਨਾਂ ਦੇ ਪੁੱਤਰ ਅਜੇ ਚੌਟਾਲਾ ਨੂੰ 16 ਜਨਵਰੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਤੋਂ ਇਲਾਵਾ 53 ਹੋਰ ਲੋਕਾਂ ਨੂੰ ਵੀ ਘੁਟਾਲੇ ਦਾ ਅਭਿਯੁਕਤ ਬਣਾਇਆ ਗਿਆ। ਚੌਟਾਲਾ ਅਤੇ ਉਹਨਾਂ ਦੇ ਪੁੱਤਰ ਸਮੇਤ ਹੋਰਾਂ ਲੋਕਾਂ ਨੂੰ ਭਾਰਤੀ ਦੰਡ ਸੰਹਿਤਾ ਅਤੇ ਭ੍ਰਿਸ਼ਟਾਚਾਰ ਨਿਰੋਧਕ ਅਧਿਨਿਯਮ ਦੇ ਤਹਿਤ ਦੋਸ਼ੀ ਪਾਇਆ ਗਿਆ। ਅਦਾਲਤ ਨੇ ਉਹਨਾਂ ਦੇ ਖਿਲਾਫ ਕਈ ਧਾਰਾਵਾਂ ਦੇ ਤਹਿਤ ਇਲਜ਼ਾਮ ਤੈਅ ਕੀਤੇ ਅਤੇ ਭੇਜ ਦਿੱਤਾ 10 ਸਾਲ ਦੇ ਲਈ ਜੇਲ੍ਹ ਦੀ ਸਲਾਖਾਂ ਦੇ ਪਿੱਛੇ। ਦੱਸ ਦਈਏ ਕਿ ਸਾਲ 1999-2000 ਵਿੱਚ ਹਰਿਆਣਾ ਦੇ 18 ਜ਼ਿਲ੍ਹਿਆਂ ਦੇ 3206 ਜੇਪੀਟੀ ਅਧਿਆਪਕਾਂ ਦੀ ਭਰਤੀ ਕੀਤੀ ਗਈ ਸੀ। ਸਾਰੇ ਹੀ ਤੈਅ ਮਾਨਕਾਂ ਨੂੰ ਤਾਕ ਤੇ ਰੱਖ ਕੇ ਚੌਟਾਲਾ ਸਰਕਾਰ ਨੇ ਮਨਚਾਹੇ ਲੋਕਾਂ ਦੀ ਭਰਤੀ ਕੀਤੀ। ਸਰਕਾਰ ਨੇ ਭਰਤੀ ਦੀ ਜ਼ਿੰਮੇਵਾਰੀ ਕਰਮਚਾਰੀ ਚयन ਆਯੋਗ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੇ ਗਠਿਤ ਸਮਿਤੀਆਂ ਨੂੰ ਸੌਂਪੀ। ਇਹਨਾਂ ਸਮਿਤੀਆਂ ਨੇ ਫਰਜ਼ੀ ਹਸਤਾਖਰ ਦੇ ਆਧਾਰ ਤੇ ਚयन ਸੂਚੀ ਤਿਆਰ ਕੀਤੀ ਅਤੇ ਫਿਰ ਜੇਬੀਟੀ ਅਧਿਆਪਕ ਦੀ ਅਵੈਧ ਭਰਤੀਆਂ ਕੀਤੀ ਗਈਆਂ। ਜਿਸ ਤੋਂ ਬਾਅਦ ਸਾਲ 2004 ਵਿੱਚ ਮਾਮਲਾ ਉਜਾਗਰ ਹੋਇਆ ਅਤੇ ਓਮ ਪ੍ਰਕਾਸ਼ ਚੌਟਾਲਾ ਸਮੇਤ 62 ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਫਿਲਹਾਲ ਓਮ ਪ੍ਰਕਾਸ਼ ਚੌਟਾਲਾ ਅੱਜ ਆਪਣੇ ਗੁਨਾਹਾਂ ਦੀ ਗਾਥਾਵਾਂ ਦੇ ਨਾਲ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਨੇ। ਸਮਲਿੰਗੀ ਦੇ ਹੱਕ ਦੇ ਵਿੱਚ ਲੜਨ ਵਾਲਿਆਂ ਨੂੰ ਵੱਡਾ ਝਟਕਾ ਦਿੰਦਿਆਂ ਹੋਇਆਂ ਸਾਲ 2013 ਵਿੱਚ ਸੁਪਰੀਮ ਕੋਰਟ ਨੇ ਅਜਿਹੇ ਸੰਬੰਧਾਂ ਨੂੰ ਹੀ ਜੁਰਮ ਕਰਾਰ ਦਿੱਤਾ। ਹਾਈ ਕੋਰਟ ਦੇ ਫੈਸਲੇ ਨੂੰ ਪਲਟਦਿਆਂ ਅਦਾਲਤ ਨੇ ਕਿਹਾ ਕਿ ਕਾਨੂੰਨ ਵਿੱਚ ਬਦਲਾਵ ਸੰਸਦਾਂ ਦੀ ਜ਼ਿੰਮੇਵਾਰੀ ਹੈ। ਸੁਪਰੀਮ ਕੋਰਟ ਦੇ ਨਿਆਮੂਰਤੀ ਜੀ.ਐਸ. ਸਿੰਘਵੀ ਤੇ ਨਿਆਮੂਰਤੀ ਏ.ਸੀ.ਜੇ. ਮੁਖੋਪਾਧਿਆਏ ਦੀ ਬੈਂਚ ਨੇ ਦਿੱਲੀ ਹਾਈ ਕੋਰਟ ਦੇ ਸਾਲ 2009 ਵਿੱਚ ਦਿੱਤੇ ਗਏ ਉਸ ਫੈਸਲੇ ਨੂੰ ਬਦਲ ਦਿੱਤਾ ਜਿਸ ਵਿੱਚ ਵਿਅਸਕਾਂ ਦੇ ਵਿੱਚ ਆਪਸੀ ਸਹਿਮਤੀ ਦੇ ਨਾਲ ਬਣਨ ਵਾਲੇ ਸੰਬੰਧਾਂ ਨੂੰ ਜੁਰਮ ਦੀ ਸ਼੍ਰੇਣੀ ਤੋਂ ਬਾਹਰ ਰੱਖਿਆ ਗਿਆ ਸੀ। ਬੈਂਚ ਨੇ ਵੱਖ-ਵੱਖ ਸਮਾਜਿਕ ਧਾਰਮਿਕ ਸੰਗਠਨਾਂ ਦੀ ਉਸ ਅਪੀਲ ਨੂੰ ਸਵੀਕਾਰ ਕਰ ਲਿਆ ਜਿਸ ਵਿੱਚ ਹਾਈ ਕੋਰਟ ਦੇ ਫੈਸਲੇ ਨੂੰ ਇਸ ਆਧਾਰ ਤੇ ਚੁਣੌਤੀ ਦਿੱਤੀ ਗਈ ਸੀ ਕਿ ਸਮਲਿੰਗੀ ਸੰਬੰਧ ਦੇਸ਼ ਦੀ ਸੰਸਕ੍ਰਿਤੀ ਤੇ ਧਾਰਮਿਕ ਮੁੱਲਾਂ ਦੇ ਖਿਲਾਫ, ਧਾਰਮਿਕ ਕਦਰਾਂ ਦੇ ਖਿਲਾਫ ਹੈ। Not ape the West in everything. It should not happen that whatever West is doing is correct and what we have our own religious and cultural ethos, and all the communities of this country feel that our religions treat it as an offence and it should remain so. ਸੁਪਰੀਮ ਕੋਰਟ ਨੇ ਸਾਫ਼ ਕਿਹਾ ਕਿ ਭਾਰਤੀ ਦੰਡ ਸੰਹਿਤਾ ਦੀ ਧਾਰਾ 377 ਦੇ ਤਹਿਤ ਸਮਲਿੰਗੀ ਸੰਬੰਧ ਗੈਰ ਕਾਨੂੰਨੀ ਨੇ। ਬੈਂਚ ਨੇ ਕਿਹਾ ਕਿ ਧਾਰਾ 377 ਨੂੰ ਹਟਾਉਣ ਜਾਂ ਫਿਰ ਉਸ ਵਿੱਚ ਬਦਲਾਵ ਕਰਨ ਦਾ ਅਧਿਕਾਰ ਸੰਸਥਾ ਦੇ ਕੋਲ ਹੈ। ਪਰ ਅਦਾਲਤ ਇਸ ਤਰ੍ਹਾਂ ਦੇ ਸੰਬੰਧਾਂ ਨੂੰ ਵੈਧ ਨਹੀਂ ਠਹਿਰਾ ਸਕਦਾ। ਅਦਾਲਤ ਦੇ ਇਸ ਫੈਸਲੇ ਨੇ ਸਮਲਿੰਗੀ ਕਮਿਊਨਿਟੀ ਦੇ ਵਿੱਚ ਵਿਰੋਧ ਉਤਪੰਨ ਕਰ ਦਿੱਤਾ ਤੇ ਇਸ ਫੈਸਲੇ ਨੂੰ ਲੈ ਕੇ ਕਈ ਥਾਈਂ ਵਿਰੋਧ ਪ੍ਰਦਰਸ਼ਨ ਵੀ ਵੇਖਣ ਨੂੰ ਮਿਲੇ। There isn't any such closet now that I can go back to. The point is that people are going to get very, very afraid. Those who are in the closet are not going to come out so easily, one. And secondly, those who are out now have to really be worried about how their lives are going to be. This is a really, really embarrassing moment as far as we're concerned. It's something we were hoping to be the leaders in some way. And it's unfortunate that we'll be among the dirty dozen of countries in the world. ਭਾਜਪਾ ਸਾਂਸਦ ਦੇ ਘਰ ਵਿੱਚ ਨੌਕਰਾਨੀ ਰਾਖੀ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੇ ਮਾਮਲੇ ਵਿੱਚ ਹੋਇਆ ਖੁਲਾਸਾ 2013 ਵਿੱਚ ਸਭ ਨੂੰ ਹੈਰਾਨ ਕਰ ਗਿਆ।
ਮੈਂਬਰ ਪਾਰਲੀਮੈਂਟ ਤਨਜੀਤ ਸਿੰਘ ਦੇ ਘਰ ਤੋਂ 4 ਨਵੰਬਰ ਨੂੰ ਇੱਕ ਨੌਕਰਾਨੀ ਦੀ ਲਾਸ਼ ਮਿਲੀ, ਜਿਸ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਮਾਰਿਆ ਗਿਆ ਸੀ। ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਸਾਂਸਦ ਦੀ ਪਤਨੀ ਡਾਕਟਰ ਜਾਗ੍ਰਿਤੀ ਸਿੰਘ ਰਾਖੀ ਦੇ ਕਤਲ ਦੇ ਲਈ ਜ਼ਿੰਮੇਵਾਰ ਹੈ। ਧਨੰਜੇ ਤੇ ਡਾਕਟਰ ਜਾਗ੍ਰਿਤੀ ਸਿੰਘ ਇਹਨਾਂ ਦੋਹਾਂ ਤੇ ਘਰ ਦੇ ਬਾਕੀ ਨੌਕਰਾਂ ਨੂੰ ਵੀ ਬੁਰੀ ਤਰ੍ਹਾਂ ਕੁੱਟਣ ਤੇ ਫਿਰ ਬੰਦਕ ਬਣਾਉਣ ਦੇ ਦੋਸ਼ ਲਗਾਏ ਗਏ। ਇਹਨਾਂ ਦੋਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਮਾਮਲੇ ਦੀ ਜਾਂਚ ਆਰੰਭ ਦਿੱਤੀ। ਮਾਮਲੇ ਦੀ ਵੱਧਦੀ ਜਾਂਚ ਦੇ ਨਾਲ ਹੀ ਜਾਗ੍ਰਿਤੀ ਸਿੰਘ ਤੇ ਕਈ ਤਰ੍ਹਾਂ ਦੇ ਹੋਰ ਇਲਜ਼ਾਮ ਵੀ ਲੱਗੇ ਤੇ ਉਸ ਵੱਲੋਂ ਕੀਤੇ ਜਾਂਦੇ ਹੈਵਾਨੀਅਤ ਭਰੇ ਵਿਵਹਾਰ ਦੀ ਪਰਤਾਂ ਖੁੱਲਦੀਆਂ ਚਲੀਆਂ ਗਈਆਂ। ਦਰਅਸਲ ਜਾਗ੍ਰਿਤੀ ਤੇ ਧਨੰਜੇ ਕਦੀ-ਕਦੀ ਨੌਕਰਾਂ ਨੂੰ ਦਰਿੰਦਿਆਂ ਦੀ ਤਰ੍ਹਾਂ ਕੁੱਟਦੇ ਤੇ ਕਦੀ ਜਲਾਉਂਦੇ। ਇੱਥੋਂ ਤੱਕ ਕਿ ਨਾ ਤਾਂ ਉਹਨਾਂ ਨੂੰ ਰੋਟੀ ਦਿੱਤੀ ਜਾਂਦੀ, ਨਾ ਹੀ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ। ਪਰ ਇੱਕ ਨੌਕਰਾਨੀ ਦੇ ਕਤਲ ਨੇ ਉਹਨਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਦਿੱਤਾ। ਅਦਾਲਤ ਨੇ ਫੈਸਲਾ ਦਿੱਤਾ ਕਿ ਦੋਹੇ ਇਸ ਸ਼ਰਮਨਾਕ ਕਾਰੇ ਦੇ ਲਈ ਜ਼ਿੰਮੇਵਾਰ ਨੇ। ਇਹਨਾਂ ਦੋਹਾਂ ਦੀ ਅਦਾਲਤ ਵਿੱਚ ਪੇਸ਼ੀ ਹੋਈ ਤੇ ਅਦਾਲਤ ਨੇ ਦੋਹਾਂ ਨੂੰ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ। ਇਸ ਇਤਿਹਾਸਿਕ ਫੈਸਲੇ ਦੇ ਨਾਲ ਜਿੱਥੇ ਇਹਨਾਂ ਨੂੰ ਲੋਕਾਂ ਦਾ ਭਾਰੀ ਵਿਰੋਧ ਸਹਿਣਾ ਪਿਆ, ਉੱਥੇ ਇਸ ਇਤਿਹਾਸਿਕ ਫੈਸਲੇ ਨੇ ਦੋਹਾਂ ਦੀ ਕਾਲੀ ਕਰਤੂਤ ਨੂੰ ਲੋਕਾਂ ਦੇ ਸਾਹਮਣੇ ਲਿਆ ਦਿੱਤਾ। ਉਧਰ ਮਾਇਆਵਤੀ ਨੇ ਜੌਨਪੁਰ ਲੋਕ ਸਭਾ ਸੀਟ ਤੋਂ ਧਨੰਜੇ ਸਿੰਘ ਦੀ ਟਿਕਟ ਕੱਟ ਦਿੱਤੀ। ਸਾਲ 2013 ਦੀ ਸ਼ੁਰੂਆਤ ਦੇ ਵਿੱਚ ਹੀ ਸਰਕਾਰ ਨੇ ਸੰਸਦ ਦੇ ਹਮਲੇ ਤੇ ਮੁੱਖ ਦੋਸ਼ੀ ਅਫਜ਼ਲ ਗੁਰੂ ਨੂੰ ਚੁੱਪ-ਚੁਪੀਤੇ ਤੇ ਫਾਂਸੀ ਤੇ ਟੰਗ ਦਿੱਤਾ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਕਾਫੀ ਵਾਦ-ਵਿਵਾਦ ਵੀ ਹੋਇਆ, ਪਰ ਆਖਰਕਾਰ ਸਰਕਾਰ ਨੂੰ ਹਾਂ ਪੱਖੀ ਹੁੰਗਾਰਾ ਹੀ ਮਿਲਿਆ। ਸਾਲ 2013 ਦੇ ਪਹਿਲੇ ਪੜਾਅ ਵਿੱਚ ਦੇਸ਼ ਦੀ ਆਬਰੂ ਤੇ ਹਮਲਾ ਕਰਨ ਵਾਲੇ ਅਫਜ਼ਲ ਗੁਰੂ ਨੂੰ ਫਾਂਸੀ ਦੇ ਦਿੱਤੀ। ਕਸਾਬ ਤੋਂ ਬਾਅਦ ਬੇਹੱਦ ਗੋਪਨੀय ਤਰੀਕੇ ਦੇ ਨਾਲ 9 ਫਰਵਰੀ ਸਵੇਰੇ 8 ਵਜੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਤੇ ਅਫਜ਼ਲ ਗੁਰੂ ਨੂੰ ਲਟਕਾ ਦਿੱਤਾ ਗਿਆ। ਫਾਂਸੀ ਤੋਂ ਬਾਅਦ ਅਫਜ਼ਲ ਗੁਰੂ ਨੂੰ ਤਿਹਾੜ ਜੇਲ੍ਹ ਪਰਿਸਰ ਵਿੱਚ ਦਫਨਾਇਆ ਗਿਆ। ਪੂਰੀ ਧਾਰਮਿਕ ਰੋਰੀਤਾਂ ਦੇ ਨਾਲ ਉਸ ਨੂੰ ਸਪੁਰਦੇ ਖਾਕ ਕੀਤਾ ਗਿਆ। ਅਫਜ਼ਲ ਨੂੰ ਫਾਂਸੀ ਦੇਣ ਦੀ ਮੰਗ ਕਾਫੀ ਲੰਬੇ ਸਮੇਂ ਤੋਂ ਉੱਠ ਰਹੀ ਸੀ, ਪਰ ਅਜ਼ਮਲ ਕਸਾਬ ਦੀ ਫਾਂਸੀ ਤੋਂ ਬਾਅਦ ਇਹ ਦਬਾਅ ਲਗਾਤਾਰ ਵੱਧਦਾ ਜਾ ਰਿਹਾ ਸੀ। ਅਫਜ਼ਲ ਗੁਰੂ ਨੂੰ ਨਵੀਂ ਦਿੱਲੀ ਦੇ ਤਿਹਾੜ ਜੇਲ੍ਹ ਵਿੱਚ ਸਵੇਰੇ 8 ਵਜੇ ਫਾਂਸੀ ਦੇ ਦਿੱਤੀ ਗਈ। ਭਾਰਤ ਦੀ ਸੰਸਦ ਵਿੱਚ ਹਮਲੇ ਦੇ ਦੋਸ਼ੀ ਨੂੰ ਫਾਂਸੀ ਦੇਣ ਵਿੱਚ 1 ਦਸ਼ਕ ਤੋਂ ਵੀ ਵਧੇਰੇ ਦਾ ਸਮਾਂ ਲੱਗਿਆ। ਪੂਰੇ ਸਫ਼ਰ ਤੇ ਦਵਾਉਂਦਿਆਂ ਤੁਹਾਡੀ ਇੱਕ ਨਜ਼ਰ 13 ਦਸੰਬਰ 2001 5 ਅਤਵਾਦੀਆਂ ਨੇ ਸੰਸਦ ਤੇ ਹਮਲਾ ਬੋਲਿਆ। ਹਮਲੇ ਵਿੱਚ 5 ਅਤਵਾਦੀਆਂ ਤੋਂ ਇਲਾਵਾ 7 ਪੁਲਿਸ ਕਰਮੀਆਂ ਸਮੇਤ 9 ਲੋਕਾਂ ਦੀ ਮੌਤ ਹੋਈ। 15 ਦਸੰਬਰ 2001 ਦਿੱਲੀ ਪੁਲਿਸ ਨੇ ਜੈਸ਼-ਏ-ਮੁਹੰਮਦ ਦੇ ਅਤਵਾਦੀ ਅਫਜ਼ਲ ਗੁਰੂ ਨੂੰ ਗ੍ਰਿਫਤਾਰ ਕੀਤਾ। ਉਸ ਦੇ ਨਾਲ ਦਿੱਲੀ ਵਿਸ਼ਵਵਿਦਿਆਲਿਆ ਦੇ ਪ੍ਰੋਫੈਸਰ ਐਸ.ਆਰ. ਗਿਲਾਨੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੋਨੋਂ ਤੋਂ ਇਲਾਵਾ ਅਫਸ਼ਾਨ ਗੁਰੂ ਤੇ ਸ਼ੌਕਤ ਹਸਨ ਗੁਰੂ ਨੂੰ ਗ੍ਰਿਫਤਾਰ ਕੀਤਾ ਗਿਆ। 29 ਦਸੰਬਰ 2001 ਅਫਜ਼ਲ ਗੁਰੂ ਨੂੰ 10 ਦਿਨਾਂ ਦੇ ਲਈ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। 4 ਜੂਨ 2002 ਅਫਜ਼ਲ ਗੁਰੂ, ਐਸ.ਆਰ. ਗਿਲਾਨੀ, ਅਫਸ਼ਾਨ ਗੁਰੂ ਤੇ ਸ਼ੌਕਤ ਹਸਨ ਗੁਰੂ ਦੇ ਖਿਲਾਫ ਮਾਮਲੇ ਤੈਅ ਕਰ ਲਏ ਗਏ। 18 ਦਸੰਬਰ 2002 ਅਫਜ਼ਲ ਗੁਰੂ, ਐਸ.ਆਰ. ਗਿਲਾਨੀ ਤੇ ਸ਼ੌਕਤ ਹਸਨ ਗੁਰੂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਅਫਸ਼ਾਨ ਗੁਰੂ ਨੂੰ ਰਿਹਾ ਕਰ ਦਿੱਤਾ ਗਿਆ। 30 ਅਗਸਤ 2003 ਜੈਸ਼-ਏ-ਮੁਹੰਮਦ ਦੇ ਅਤਵਾਦੀ ਗਾਜ਼ੀ ਬਾਬਾ, ਜੋ ਸੰਸਦ ਦੇ ਹਮਲੇ ਦਾ ਮੁੱਖ ਦੋਸ਼ੀ ਸੀ, ਉਸ ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ 10 ਘੰਟੇ ਤੱਕ ਚਲੇ ਐਨਕਾਊਂਟਰ ਵਿੱਚ ਸ਼੍ਰੀਨਗਰ ਵਿੱਚ ਮਾਰ ਮੁਕਾਇਆ। 29 ਅਕਤੂਬਰ 2003 ਪੂਰੇ ਮਾਮਲੇ ਵਿੱਚ ਐਸ.ਆਰ. ਗਿਲਾਨੀ ਨੂੰ ਬਰੀ ਕਰ ਦਿੱਤਾ ਗਿਆ। 4 ਅਗਸਤ 2005 ਸੁਪਰੀਮ ਕੋਰਟ ਨੇ ਅਫਜ਼ਲ ਗੁਰੂ ਨੂੰ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ। ਸ਼ੌਕਤ ਹਸਨ ਗੁਰੂ ਦੀ ਫਾਂਸੀ ਦੀ ਸਜ਼ਾ ਨੂੰ 10 ਸਾਲ ਕਰੜੀ ਕੈਦ ਦੀ ਸਜ਼ਾ ਵਿੱਚ ਤਬਦੀਲ ਕਰ ਦਿੱਤਾ ਗਿਆ। 26 ਸਤੰਬਰ 2006 ਦਿੱਲੀ ਹਾਈ ਕੋਰਟ ਨੇ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਦਾ ਹੁਕਮ ਦਿੱਤਾ। 3 ਅਕਤੂਬਰ 2006 ਅਫਜ਼ਲ ਗੁਰੂ ਦੀ ਪਤਨੀ ਤਬਸਮ ਗੁਰੂ ਨੇ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਦੇ ਸਾਹਮਣੇ ਰਹਿਮ ਦੀ ਅਪੀਲ ਦਾਇਰ ਕੀਤੀ। 12 ਜਨਵਰੀ 2007 ਨੂੰ ਅਫਜ਼ਲ ਗੁਰੂ ਦੀ ਰਹਿਮ ਅਪੀਲ ਰੱਦ ਹੋ ਗਈ।
16 ਨਵੰਬਰ 2012 ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅਫਜ਼ਲ ਗੁਰੂ ਦੀ ਦਇਆ ਯਾਚਿਕਾ ਗ੍ਰਹਿ ਵਿਭਾਗ ਨੂੰ ਵਾਪਸ ਲੌਟਾਈ। 3 ਦਸੰਬਰ 2012 ਸ਼ੌਕਤ ਹਸਨ ਗੁਰੂ ਨੂੰ ਤਿਹਾੜ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ। 10 ਦਸੰਬਰ 2012 ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਛਿੰਦੇ ਨੇ ਕਿਹਾ ਕਿ ਅਫਜ਼ਲ ਗੁਰੂ ਦੇ ਮਾਮਲੇ ਵਿੱਚ ਪੜਤਾਲ ਹੋਵੇਗੀ। 13 ਦਸੰਬਰ 2012 ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੇ ਦੌਰਾਨ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਦਾ ਮੁੱਦਾ ਉਠਾਇਆ। 23 ਜਨਵਰੀ 2013 ਰਾਸ਼ਟਰਪਤੀ ਨੇ ਅਫਜ਼ਲ ਗੁਰੂ ਦੀ ਰਹਿਮ ਦੀ ਅਪੀਲ ਖਾਰਿਜ ਕਰ ਦਿੱਤੀ। 3 ਫਰਵਰੀ 2013 ਜਦ ਗ੍ਰਹਿ ਵਿਭਾਗ ਨੂੰ ਰਾਸ਼ਟਰਪਤੀ ਦੀ ਖਾਰਿਜ ਅਪੀਲ ਵਾਪਸ ਮਿਲੀ ਤੇ 9 ਫਰਵਰੀ 2013 ਦਾ ਉਹ ਦਿਨ ਜਦ ਅਫਜ਼ਲ ਗੁਰੂ ਨੂੰ ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਸਵੇਰੇ 8 ਵਜੇ ਫਾਂਸੀ ਤੇ ਲਟਕਾ ਦਿੱਤਾ ਗਿਆ। ਜੇਕਰ ਗੱਲ ਦੇਸ਼ ਵਾਸੀਆਂ ਦੀ ਕਰੀਏ ਤਾਂ 88% ਲੋਕ ਇੱਕ ਸਰਵੇ ਮੁਤਾਬਿਕ ਅਫਜ਼ਲ ਨੂੰ ਫਾਂਸੀ ਦੇਣ ਦੇ ਹੱਕ ਵਿੱਚ ਸਨ। ਕਈ ਸਟੇਟਮੈਂਟਸ ਆਈਆਂ ਪਰ ਅਖੀਰ ਰਹਿਮ ਅਪੀਲ ਦੀ ਖਾਰਿਜ ਹੋਣ ਤੋਂ ਬਾਅਦ ਤੇ ਕਸਾਬ ਨੂੰ ਫਾਂਸੀ ਦੇਣ ਤੋਂ ਬਾਅਦ ਅਫਜ਼ਲ ਨੂੰ ਫਾਂਸੀ ਦੇਣ ਦਾ ਰਾਹ ਆਪਣੇ ਆਪ ਹੀ ਪੱਧਰਾ ਹੁੰਦਾ ਚਲਾ ਗਿਆ। ਜਿੱਥੇ ਕਈਆਂ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ, ਉੱਥੇ ਹੀ ਅਫਜ਼ਲ ਗੁਰੂ ਦੇ ਸਾਥੀਆਂ ਨੇ ਇਸ ਨੂੰ ਭਾਰਤ ਸਰਕਾਰ ਦੀ ਧੱਕੇਸ਼ਾਹੀ ਕਰਾਰ ਦਿੱਤਾ ਹੈ। SAR ਗਿਲਾਨੀ ਜੋ ਕਿ ਸੰਸਦ ਹਮਲੇ ਵਿੱਚ ਦੂਜੇ ਦੋਸ਼ੀ ਵਜੋਂ ਨਾਮਜ਼ਦ ਸਨ ਪਰ ਬਾਅਦ ਵਿੱਚ ਛੁੱਟ ਗਏ ਸਨ, ਉਸ ਦਾ ਕਹਿਣਾ ਹੈ ਕਿ ਅਫਜ਼ਲ ਗੁਰੂ ਨੂੰ ਕਦੇ ਫੇਅਰ ਟ੍ਰਾਇਲ ਮਿਲਿਆ ਹੀ ਨਹੀਂ ਤੇ ਨਾ ਹੀ ਅਫਜ਼ਲ ਦੀ ਪਤਨੀ ਨੂੰ ਇਸ ਦੀ ਸੂਚਨਾ ਪਹਿਲਾਂ ਦਿੱਤੀ ਗਈ। ਅਫਜ਼ਲ ਗੁਰੂ ਨੂੰ ਫਾਂਸੀ ਦੇਣ ਦੇ ਨਾਲ ਉਹਨਾਂ ਲੋਕਾਂ ਨੂੰ ਸੱਚੀ ਸ਼ਰਧਾਂਜਲੀ ਮਿਲੀ ਹੈ ਜੋ ਇਸ ਹਮਲੇ ਵਿੱਚ ਸ਼ਹੀਦ ਹੋਏ। 13 ਦਸੰਬਰ 2001 ਨੂੰ ਅੱਤਵਾਦੀਆਂ ਨੇ ਲੋਕਾਂ ਦੀ ਆਵਾਜ਼ ਸੰਸਦ ਤੇ ਹਮਲਾ ਬੋਲਿਆ। ਸਾਡੇ ਜਾਂਬਾਜ਼ ਪੁਲਿਸ ਮੁਲਾਜ਼ਮ ਤੇ ਸਿਪਾਹ ਸਲਾਰਾਂ ਨੇ ਅੱਤਵਾਦੀਆਂ ਦੇ ਦਾਖਲ ਹੋਣ ਦੇ ਕੁਝ ਪਲਾਂ ਵਿੱਚ ਹੀ ਹਮਲੇ ਦਾ ਮਾਸਟਰਮਾਈਂਡ ਮੁਹੰਮਦ ਨੂੰ ਗੇਟ ਨੰਬਰ 1 ਤੇ 11:43 ਤੇ ਮਾਰ ਮੁਕਾਇਆ। ਪੁਲਿਸ ਮੁਤਾਬਿਕ ਗੋਲੀਬਾਰੀ ਦੌਰਾਨ ਉਸਦੇ ਸਰੀਰ ਤੇ ਬੰਨਿਆ ਬਾਰੂਦ ਫਟ ਗਿਆ ਤੇ ਉਸਦੇ ਸਰੀਰ ਦੇ ਚਿਥੜੇ ਹੋ ਗਏ। ਉਸ ਤੋਂ ਬਾਅਦ 11:50 ਤੇ ਰਾਜਾ ਰਾਣਾ ਤੇ ਹਮਜ਼ਾ ਨਾਂ ਦੇ ਅੱਤਵਾਦੀ ਫਾਇਰਿੰਗ ਕਰਦੇ ਹੋਏ ਗੇਟ ਨੰਬਰ 9 ਤੇ ਪਹੁੰਚੇ ਤੇ ਇਹਨਾਂ ਨੂੰ ਵੀ ਸਾਡੇ ਜਾਂਬਾਜ਼ਾਂ ਨੇ ਮਾਰ ਮੁਕਾਇਆ। ਪਰ ਪੰਜਵਾਂ ਦਹਿਸ਼ਤਗਰਦ ਹੈਦਰ ਫਾਇਰਿੰਗ ਵਿਚਕਾਰ ਸੰਸਦ ਦਾ ਚੱਕਰ ਲਗਾਉਂਦਾ ਹੋਇਆ ਉਸ ਗੇਟ ਵਿੱਚ ਪਹੁੰਚਿਆ ਜਿਸ ਦਾ ਇਸਤੇਮਾਲ ਪ੍ਰਧਾਨ ਮੰਤਰੀ ਵੱਲੋਂ ਕੀਤਾ ਜਾਂਦਾ ਹੈ। ਪਰ CRPF ਦੇ ਬਹਾਦਰ ਜਾਂਬਾਜ਼ਾਂ ਨੇ ਹੈਦਰ ਨੂੰ 11:55 ਤੇ ਢੇਰ ਕਰ ਦਿੱਤਾ। ਕੁਝ ਹੀ ਪਲਾਂ ਦੇ ਵਿੱਚ ਇਸ ਹਮਲੇ ਦੇ 5 ਅੱਤਵਾਦੀ ਸਾਡੇ ਜਾਂਬਾਜ਼ਾਂ ਵੱਲੋਂ ਢੇਰ ਕਰ ਦਿੱਤੇ ਗਏ। ਹਮਲੇ ਵਿੱਚ ਦੋਸ਼ੀ ਮੁਹੰਮਦ ਅਫਜ਼ਲ ਗੁਰੂ, ਸ਼ੌਕਤ ਹੁਸੈਨ ਗੁਰੂ, ਸੈयद ਅਹਿਮਦ ਰਹਿਮਾਨ ਗਿਲਾਨੀ, ਨਵਜੋਤ ਸੰਧੂ ਉਰਫ ਅਫਸਾਨ ਨੂੰ ਪੁਲਿਸ ਵੱਲੋਂ ਹਮਲੇ ਦੇ ਤੁਰੰਤ ਬਾਅਦ ਗ੍ਰਿਫਤਾਰ ਕਰਕੇ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਤੇ ਪੋਟਾ ਤਹਿਤ ਮੁਕੱਦਮਾ ਚੱਲਿਆ। ਜਦੋਂ ਕਿ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਮੌਲਾਨਾ ਮਸੂਦ ਅਜ਼ਹਰ ਤੇ ਗਾਜ਼ੀ ਬਾਬਾ ਅਤੇ ਤਾਰਿਕ ਅਹਿਮਦ ਪੁਲਿਸ ਗ੍ਰਿਫਤ ਤੋਂ ਭੱਜਣ ਵਿੱਚ ਕਾਮਯਾਬ ਰਹੇ। ਪਰ 30 ਅਗਸਤ 2003 ਨੂੰ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਗਾਜ਼ੀ ਬਾਬਾ ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ 10 ਘੰਟੇ ਤੱਕ ਚਲੇ ਇਨਕਾਊਂਟਰ ਵਿੱਚ ਸ਼੍ਰੀਨਗਰ 'ਚ ਮਾਰ ਮੁਕਾਇਆ। ਸਾਜ਼ਿਸ਼ ਕਿੰਨੀ ਵੀ ਗਹਿਰੀ ਹੋਵੇ, ਹਮਲਾ ਕਿੰਨਾ ਵੀ ਵੱਡਾ ਹੋਵੇ, ਪਰ ਦੇਸ਼ ਦੇ ਜਾਂਬਾਜ਼ ਸਿਪਾਹੀਆਂ ਤੇ ਪੁਲਿਸ ਮੁਲਾਜ਼ਮਾਂ ਨੇ ਦਹਿਸ਼ਤਵਾਦ ਦੇ ਬਾਸ਼ਿੰਦਿਆਂ ਨੂੰ ਖੁਦ ਫਨਾ ਹੋ ਕੇ ਇਸ ਹਮਲੇ ਨੂੰ ਨਾਕਾਮਯਾਬ ਕਰ ਦਿੱਤਾ। बारह साल बाद जेकर इस हमले दे मुख दोषी ਨੂੰ ਸਜ਼ਾ ਮਿਲੀ ਹੈ ਤਾਂ ਬਿਨਾਂ ਸ਼ੱਕ ਇਹ ਸਾਡੇ ਜਾਂਬਾਜ਼ਾਂ ਨੂੰ ਸੱਚੀ ਸ਼ਰਧਾਂਜਲੀ ਹੈ। ਕਈਆਂ ਦੇ ਸਟਿੰਗ ਆਪਰੇਸ਼ਨ ਕਰਕੇ ਤਹਿਲਕਾ ਮਚਾਉਣ ਵਾਲੇ ਤਹਿਲਕਾ ਗਰੁੱਪ ਦੇ ਨਾਲ ਸੰਬੰਧਿਤ ਤਰੁਣ ਤੇਜਪਾਲ ਖੁਦ ਹੀ ਸਾਲ 2013 ਦੇ ਵਿੱਚ ਵਿਵਾਦਾਂ ਦੇ ਵਿੱਚ ਘਿਰ ਗਏ।
ਆਪਣੇ ਇੱਕ ਮੁਲਾਜ਼ਮ ਦੇ ਨਾਲ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਦੇ ਵਿੱਚ ਘਿਰੇ ਤਰੁਣ ਤੇਜਪਾਲ ਨੂੰ ਨਾ ਸਿਰਫ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਬਲਕਿ ਜੇਲ੍ਹ ਦੀ ਹਵਾ ਵੀ ਖਾਣੀ ਪਈ। ਦੂਜੇ ਪਾਸੇ ਜਸਟਿਸ ਗਾਂਗੁਲੀ ਮਾਮਲੇ ਨੇ ਵੀ ਅਫਸਰਸ਼ਾਹੀ ਤੇ ਕਾਲਾ ਧੱਬਾ ਲਗਾ ਦਿੱਤਾ। ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿਸ ਦੇਸ਼ ਵਿੱਚ ਗੰਗਾ ਵਹਿੰਦੀ ਹੈ। ਇਹ ਚੰਦ ਅਲਫਾਜ਼ ਅਕਸਰ ਤੁਸੀਂ ਤੇ ਅਸੀਂ ਹਰ ਉਸ ਭਾਰਤੀ ਦੀ ਜ਼ੁਬਾਨ ਤੇ ਸੁਣ ਹੀ ਲੈਂਦੇ ਹਾਂ ਜੋ ਦੇਸ਼ ਭਗਤੀ ਅਤੇ ਪ੍ਰੇਮ ਦੀ ਭਾਵਨਾ ਨਾਲ ਸਰੋਵਰ ਨੇ। ਪਿਆਰ ਅਤੇ ਨਿੱਘ ਨੂੰ ਮਨ ਵਿੱਚ ਵਸਾਏ ਭਾਰਤੀ ਬੇਸ਼ੱਕ ਦੇਸ਼ ਦੀ ਖੂਬਸੂਰਤ ਤਸਵੀਰ ਦੁਨੀਆ ਦੇ ਸਾਹਮਣੇ ਪੇਸ਼ ਕਰਦੇ ਹੋਣ, ਪਰ ਸੱਚ ਇਸ ਤੋਂ ਕੋਸੋਂ ਦੂਰ ਹੈ। ਸਿੱਕੇ ਦੇ ਦੋ ਪਹਿਲੂਆਂ ਦੀ ਤਰ੍ਹਾਂ ਦੇਸ਼ ਦੀ ਦੂਜੀ ਤਸਵੀਰ ਇਹ ਹੈ ਕਿ ਭਾਰਤ ਇੱਕ ਪੁਰਸ਼ ਪ੍ਰਧਾਨ ਦੇਸ਼ ਹੈ ਜਿੱਥੇ ਮਹਿਲਾਵਾਂ ਨੂੰ ਕੀ ਦਰਜਾ ਤੇ ਕਿੰਨਾ ਸਨਮਾਨ ਦਿੱਤਾ ਜਾਂਦਾ ਹੈ। ਇਸ ਦਾ ਤਾਜ਼ਾ ਉਦਾਹਰਨ ਇਨਸਾਫ ਦੇ ਪੁਜਾਰੀ ਅਤੇ ਸਮਾਜ ਵਿੱਚ ਫੈਲੀ ਬੁਰਾਈਆਂ ਦਾ ਪਰਦਾਫਾਸ਼ ਕਰਨ ਵਾਲੇ ਭਾਸ਼ਣ ਦੇ ਇਨੀ ਦਿਨੀ ਖੁਦ ਹੀ ਪੇਸ਼ ਕਰ ਰਹੇ ਨੇ। ਗੱਲ ਕਰਦੇ ਹਾਂ tehelka.com ਦੇ ਪੂਰਵ ਸੰਪਾਦਕ ਸਟਿੰਗ ਕਿੰਗ ਤਰੁਣ ਤੇਜਪਾਲ ਦੀ। ਇਸ ਸਾਲ ਤੇਜਪਾਲ ਨਾਲ ਜੁੜਿਆ ਯੌਨ ਸ਼ੋਸ਼ਣ ਦਾ ਮਾਮਲਾ ਪੂਰੇ ਦੇਸ਼ ਵਿੱਚ ਗਰਮਾ ਗਿਆ। ਆਪਣੀ ਸਹਿਕਰਮੀ ਮਹਿਲਾ ਪੱਤਰਕਾਰ ਦੇ ਨਾਲ ਯੌਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਉਂਦੇ ਹੀ ਤਰੁਣ ਤੇਜਪਾਲ ਦੀ ਛਵੀ ਧੂਮਿਲ ਹੋ ਗਈ ਜੋ ਸਮਾਜ ਨੂੰ ਆਈਨਾ ਵਿਖਾਉਂਦੀ ਸੀ। ਹਾਲਾਂਕਿ ਮਾਮਲੇ ਨੂੰ ਤਾਰ-ਤਾਰ ਉਧੇੜਿਆ ਜਾ ਚੁੱਕਿਆ ਹੈ ਅਤੇ ਇਸ ਨਾਲ ਜੁੜੇ ਵੱਖ-ਵੱਖ ਪੱਖ ਆਪਣੇ-ਆਪਣੇ ਹਿਸਾਬ ਨਾਲ ਰੁਖ ਵੀ ਤੈਅ ਕਰ ਚੁੱਕੇ ਨੇ। ਇੱਕ ਪਾਸੇ ਜਿੱਥੇ ਪੀੜਤਾ ਦੇ ਸਮਰਥਕ ਪੱਤਰਕਾਰ ਅਤੇ ਸਹਿਕਰਮੀ ਇਹਨਾਂ ਇਲਜ਼ਾਮਾਂ ਨੂੰ ਸਹੀ ਮੰਨ ਰਹੇ ਨੇ, ਉੱਥੇ ਹੀ ਦੂਜੇ ਪਾਸੇ ਮੁਲਜ਼ਮ ਤੇਜਪਾਲ ਦੇ ਸਮਰਥਕ ਉਹਨਾਂ ਦੇ ਪੱਖ ਵਿੱਚ ਸਫਾਈ ਦੇ ਰਹੇ ਨੇ। ਇਹਨਾਂ ਸਾਰੀਆਂ ਗੱਲਾਂ ਦੇ ਨਾਲ ਨਵੀਂ-ਨਵੀਂ ਗੱਲਾਂ ਨਿਤ ਦਿਨ ਸਾਹਮਣੇ ਆ ਰਹੀਆਂ ਨੇ ਅਤੇ ਇਸ ਮਾਮਲੇ ਨੂੰ ਚੰਗੇ ਮਾੜੇ ਦੀ ਲੜਾਈ ਲੁਕਣ ਵੇਖਿਆ ਜਾ ਰਿਹਾ ਹੈ। ਉੱਥੇ ਹੀ ਲੋਕਾਂ ਨੂੰ ਇਨਸਾਫ ਦਿਵਾਉਣ ਵਾਲੇ ਸੁਪਰੀਮ ਕੋਰਟ ਦੇ ਰਿਟਾਇਰਡ ਹੋਏ ਜੱਜ A.K. ਗਾਂਗੁਲੀ ਵੀ ਇਸ ਸਾਲ ਵਿਵਾਦਾਂ ਤੋਂ ਅਛੂਤੇ ਨਹੀਂ ਰਹਿ ਸਕੇ। ਜਰਨਲਸ ਆਫ ਇੰਡੀਅਨ ਸੁਸਾਇਟੀ ਨਾਂ ਦੇ ਬਲੌਗ ਤੇ 6 ਨਵੰਬਰ 2013 ਨੂੰ ਇੱਕ ਸਨਸਨੀਖੇਜ਼ ਖੁਲਾਸਾ ਹੋਇਆ। ਬਲੌਗ ਦੇ ਜ਼ਰੀਏ ਇੱਕ ਕੁੜੀ ਨੇ A.K. ਗਾਂਗੁਲੀ ਤੇ ਯੌਨ ਸ਼ੋਸ਼ਣ ਦੇ ਸੰਗੀਨ ਇਲਜ਼ਾਮ ਲਗਾਏ। ਕੋਲਕਾਤਾ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਵਾਲੀ ਇੱਕ ਇੰਟਰਨ ਵਕੀਲ ਨੇ ਇਲਜ਼ਾਮ ਲਗਾਇਆ ਕਿ ਦਸੰਬਰ 2012 ਵਿੱਚ ਦਿੱਲੀ ਵਿੱਚ ਇੱਕ ਹੋਟਲ ਵਿੱਚ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਨੇ ਉਸ ਦਾ ਯੌਨ ਸ਼ੋਸ਼ਣ ਕੀਤਾ। ਹਾਲਾਂਕਿ ਪੀੜਤਾ ਨੇ 3 ਜੱਜਾਂ ਦੇ ਸਾਹਮਣੇ ਗਵਾਹੀ ਦਿੰਦੇ ਹੋਏ A.K. ਗਾਂਗੁਲੀ ਦੇ ਖਿਲਾਫ ਕਾਰਵਾਈ ਦੀ ਗੁਹਾਰ ਲਗਾਈ ਹੈ। ਕੁੱਲ ਮਿਲਾ ਕੇ ਇਹਨਾਂ ਦੋਨਾਂ ਹਾਈ ਪ੍ਰੋਫਾਈਲ ਮਾਮਲਿਆਂ ਨੇ ਇਸ ਗੱਲ ਦੀ ਪੋਲ ਖੋਲ ਦਿੱਤੀ ਹੈ ਕਿ ਅੱਜ ਵੀ ਸਾਡਾ ਸਮਾਜ ਮਹਿਲਾਵਾਂ ਦੇ ਪ੍ਰਤੀ ਸੌੜੀ ਸੋਚ ਨਾਲ ਘਿਰਿਆ ਹੋਇਆ ਹੈ। ਪੁਰਸ਼ ਪ੍ਰਧਾਨ ਦੇਸ਼ ਵਿੱਚ ਅੱਜ ਮਹਿਲਾਵਾਂ ਆਪਣੇ ਅਸਤਿਤਵ ਦੀ ਲੜਾਈ ਲੜਦੀ ਜਾ ਰਹੀਆਂ ਨੇ। ਮਹਿਲਾਵਾਂ ਦੀ ਇਸ ਜੰਗ ਤੇ ਕਦ ਤੱਕ ਵਿਰਾਮ ਲੱਗ ਪਾਵੇਗਾ, ਇਹ ਇੱਕ ਵੱਡਾ ਸਵਾਲ ਹੈ। ਸੋ ਇਹੀ ਉਮੀਦ ਤੇ ਕਾਮਨਾ ਕਰਦੇ ਹਾਂ ਕਿ ਨਵਾਂ ਸਾਲ ਸਭ ਦੇ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ, ਪਰ ਨਾਲ ਹੀ ਸਾਲ 2013 ਦੇ ਇਤਿਹਾਸਿਕ ਫੈਸਲੇ ਜੋ ਸਾਨੂੰ ਇੱਕ ਨਸੀਹਤ ਦੇ ਕੇ ਗਏ ਨੇ ਉਸ ਨੂੰ ਜ਼ਿਹਨ ਦੇ ਵਿੱਚ ਜ਼ਰੂਰ ਕਾਇਮ ਰੱਖਿਓ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਖਾਸ ਪੇਸ਼ਕਸ਼ ਜ਼ਰੂਰ ਪਸੰਦ ਆਈ ਹੋਣੀ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਨਵੇਂ ਸਾਲ ਨਾਲ ਸੰਬੰਧਿਤ ਸਾਡੀ ਖਾਸ ਪੇਸ਼ਕਸ਼ ਜਾਰੀ ਰਹੇਗੀ। ਦੇਸ਼ ਦੁਨੀਆ ਦੀਆਂ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ। ਹਾਂ ਚਲੋ, ਜ਼ੁਲਮ ਦੇ ਵਿੱਚ ਸਾਲ 2013 ਤੇ 3.5 ਸਾਲ। ਆਓ ਚੱਕ ਰੈਡੀ, ਚਲੋ ਸੜਕ ਦੇ ਵਿੱਚ ਕਾਰ ਖੜਾ ਕਰਕੇ ਫੋਟੋ ਖਿੱਚ ਰਹੇ ਨੇ। ਕੀ ਹੁਆ? ਆਓ। ਸੋ ਉਮੀਦ ਕਰਦੇ ਹਾਂ ਸਾਨੂੰ ਤੁਹਾਨੂੰ ਯਾਰ ਸਾਨੂੰ ਗਿਆ ਯਾਰ ਠੀਕ ਹੈ।